श्री नानक अंगद गुरु अमरदास पद बंद रामदास अर्जन गुरु बर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरणे अरविंद जिसमें है अमृत ज्ञान है माणिक भगत वैराग गुरु ग्रंथ साहिब उदद बंदो कर अनुराग श्री गुर शब्द कुमाए जिन जीते पंच विकार तिन संतन को बंदना सिर चरणन पर तार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। सतनाम श्री वाहिगुरु साहिब जी तह एक पंडित रहत सुजाना सब विद्या मैं निपुण निधाना श्री नानक महिमा तिन सुनी दर्शन करा हृदय आस गुनी तह एक पंडित रहत सुजाना। वाहिगुरु जी का खालसा वाहिगुरु जी की फतेह। धन धन श्री गुरु नानक देव साहिब जी महाराज धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चवर छतर सिंघासन तख्त दे मालक धन धन श्री गुरु ग्रंथ साहिब जी महाराज सतगुरु जी दी साजी नवाजी गुरु रूप गुरु प्यारी साध संगत जीओ आप जी वड्डियां भागां वाले कर्मां वाले हो जो धन धन श्री गुरु अर्जन देव महाराज जी दे पावन पवित्र स्थान विखे हाजरियां भर के लाहा लै रहे हो। गुरु साहब जी दी तुरकी बाणी दे जाप आप संगतां ने सरवण कीते हन। उस तो उपरंत सच्चे पातशाह महाराज जी दी पावन पवित्र लड़ीवार कथा आपां सरवण कर रहे हाँ। जिवें सतगुरु जी कश्मीर दे इलाके विच चले गए एक पहाड़ दे कोल एक नगर देख के सतगुरु उत्थे विराजमान हो गए। उजाड़ जी विच 12 दिन बीत गए जिस करके कोई ना थे आया। 13वें दिन एक दुंबियां दा चरावा उत्थे आया तो सतगुरु जी नूं भाई बाला मरदाना नूं वेख के एवें खोटे जे बचन कहन लगा भी तुसी कौन हो भी 3 जाने कोई राह मारो जां चोर हो।
ਵੀ ਇੱਥੇ ਬੈਠ ਕੇ ਉਜਾੜ ਵਿੱਚ ਲੋਕੇ ਬੈਠੇ ਹੋਏ ਕਿਸੇ ਦਾ ਰਾਹ ਤੱਕ ਰਹੇ ਮਾਲ ਲੁੱਟਣ ਵਾਸਤੇ। ਕਿਉਂਕਿ ਜੇ ਤੁਸੀਂ ਸੱਚੇ ਸੁੱਚੇ ਕੋਈ ਫਕੀਰ ਹੁੰਦੇ ਤੇ ਤੁਸੀਂ ਨਗਰ ਵਿੱਚ ਮੰਗਣ ਜਾਂਦੇ, ਉੱਥੋਂ ਮੰਗ ਕੇ ਕੋਈ ਟੁਕੜਾ ਖਾ ਲੈਂਦੇ। ਐਵੇਂ ਜਿਹੜਾ ਭੇਖ ਜਿਹਾ ਧਾਰਨ ਕੀਤਾ, ਤੁਸਾਂ ਪਖੰਡ ਜਿਹਾ ਕੀਤਾ ਹੈ, ਕੋਈ ਸੱਚੇ ਫਕੀਰ ਨਹੀਂ ਹੋ। ਗੁਰੂ ਸਾਹਿਬ ਜੀ ਦੇ ਮਾੜੇ ਬਚਨ ਸੁਣ ਕੇ ਕਹਿਣ ਲੱਗੇ ਵੀ ਅਯਾਲੀਆ, ਸਾਨੂੰ ਤੂੰ ਵੀ ਕੀ ਕਹਿਣਾ ਹੈ? ਆਪਣੇ ਜਿਹੜੇ ਦੁੰਬੇ ਛੱਡੇ ਚਾਰਨ ਵਾਸਤੇ, ਪਹਿਲਾਂ ਉਹਨਾਂ ਨੂੰ ਜਾ ਕੇ ਵੇਖ। ਇਹ ਜਦੋਂ ਸਾਧ ਸੰਗਤ ਜੀ ਉਹ ਵਾਪਸ ਗਿਆ ਹੈ, ਕੀ ਵੇਖਿਆ? ਉੱਥੇ ਜਾ ਕੇ ਸਾਰੇ ਦੁੰਬੇ ਮਰੇ ਧਰਤੀ 'ਤੇ ਪਏ। ਬੜਾ ਇਹ ਹੈਰਾਨ ਹੋਇਆ, ਪਰੇਸ਼ਾਨ ਹੋਇਆ। ਕਹਿੰਦਾ ਮਨਾ ਤੂੰ ਸੰਤਾਂ ਨੂੰ ਮਾੜਾ ਬੋਲਿਆ ਹੈ, ਦੁੱਖ ਦੇਣ ਵਾਲੇ ਬਚਨ ਬੋਲਿਆ, ਤਾਂ ਹੀ ਇਹ ਫਲ ਪਾਇਆ ਹੈ। ਫਿਰ ਇਹ ਬੜੀ ਛੇਤੀ ਉੱਥੋਂ ਦੌੜਿਆ, ਗੁਰੂ ਸਾਹਿਬ ਦੀ ਚਰਨੀ ਆ ਕੇ ਢਹਿ ਪਿਆ। ਮਹਾਰਾਜ ਮੈਨੂੰ ਮਾਫ਼ ਕਰੋ, ਮੈਂ ਗਲਤੀ ਕਰ ਬੈਠਾ ਹਾਂ, ਜਿਸ ਕਰਕੇ ਮਾੜੇ ਬਚਨ ਬੋਲ ਕੇ ਤੇ ਉਹ ਜੋ ਮੇਰੇ ਦੁੰਬੇ ਸਾਰੇ ਮਰ ਗਏ। ਮਹਾਰਾਜ ਕਿਰਪਾ ਕਰੋ, ਹੁਣ ਮੈਂ ਕੀ ਜਵਾਬ ਦਿਆਂਗਾ? ਮੇਰਾ ਤੇ ਸਾਰਾ ਜਿਹੜਾ ਪਰਿਵਾਰ ਹੈ ਉਹਨੂੰ ਦੁੰਬਿਆਂ ਵਾਲੇ ਮਾਲਕ ਫੜ ਲੈਣਗੇ ਤੇ ਮੈਂ ਕੀ ਜਵਾਬ ਦਿਆਂਗਾ? ਇਸ ਕਰਕੇ ਹੁਣ ਆਪ ਵੀ ਕੁਝ ਕਰੋ। ਜਦੋਂ ਬੜਾ ਝੂਰਨ ਲੱਗਾ ਏ ਸਾਧ ਸੰਗਤ ਜੀ, ਇਹ ਝੂਰਦਾ ਗੁਰੂ ਮਹਾਰਾਜ ਜੀ ਪਾਸ ਜਦੋਂ ਆਇਆ, ਮਹਾਰਾਜ ਕਹਿਣ ਲੱਗੇ ਵੀ ਤੂੰ ਫਿਕਰ ਨਾ ਕਰ, ਤੂੰ ਇੰਝ ਕਰ ਵੀ ਵਾਹਿਗੁਰੂ ਕਹਿ ਕੇ ਸਾਰੇ ਦੁੰਬੇ ਜਵਾਲਾ। ਇਹ ਗਿਆ ਹੈ, ਇੱਕ ਦੁੰਬੇ ਕੋਲ ਕਹਿੰਦਾ ਵਾਹਿਗੁਰੂ, ਉਹ ਉੱਠ ਕੇ ਖੜਿਆ ਹੋ ਜਾਂਦਾ। ਦੂਜੇ ਨੂੰ ਕਹਿੰਦਾ ਹੈ ਵਾਹਿਗੁਰੂ, ਫਿਰ ਉਹ ਵੀ ਉੱਠ ਕੇ ਖੜਿਆ ਹੋ ਜਾਂਦਾ। ਇਵੇਂ ਉੱਠ ਕੇ ਉਚਾਰਨ ਲੱਗ ਪਏ। ਇਹ ਵਾਪਸ ਆ ਗਿਆ। ਫਿਰ ਤੇ ਬਹੁਤ ਗੁਰੂ ਜੀ ਦਾ ਪ੍ਰੇਮੀ ਹੋਇਆ, ਦੌੜਿਆ ਆ ਗਿਆ ਦੁੰਬੇ ਛੱਡ ਕੇ ਐਵੇਂ ਜੰਗਲ ਵਿੱਚ ਹੀ। ਕਹਿਣ ਲੱਗਾ ਮਹਾਤਮਾ ਜੀ, ਸੰਤ ਜੀ, ਆਪ ਜੀ ਦੀ ਬੜੀ ਕਿਰਪਾ ਹੋਈ, ਮੇਰੇ ਕੋਲ ਭੁੱਲ ਹੋ ਗਈ ਹੈ, ਹੁਣ ਮੈਂ ਤੁਹਾਡਾ ਕਦੀ ਵੀ ਸਾਥ ਜਿਹੜਾ ਛੱਡ ਕੇ ਨਹੀਂ ਜਾਵਾਂਗਾ। ਮੈਂ ਰਹਿੰਦੇ ਸਵਾਸਾਂ ਤੱਕ ਇੱਥੇ ਹੀ ਰਹਾਂਗਾ। ਇਵੇਂ ਉਹ ਰਾਤ ਗੁਰੂ ਜੀ ਨੇ ਬਹੁਤ ਕਿਹਾ ਇਹਨੂੰ, ਪਰ ਇਹ ਸਾਧ ਸੰਗਤ ਜੀ ਜਿਹੜਾ ਹੈ ਗਿਆ ਨਹੀਂ ਘਰ, ਇੱਥੇ ਹੀ ਰਿਹਾ ਹੈ। ਇੱਥੇ ਰਹਿਣੇ ਕਰਕੇ ਜਿਹੜੇ ਦੁੰਬਿਆਂ ਦੇ ਮਾਲਕ ਸਨ ਉਹ ਬੜੇ ਪਰੇਸ਼ਾਨ ਹੋ ਗਏ ਵੀ ਸਾਡਾ ਜਿਹੜਾ ਨੌਕਰ ਵਾਪਸ ਨਹੀਂ ਆਇਆ। ਫਿਰ ਉਹ ਦਿਨ ਚੜ੍ਹੇ ਆ ਗਏ। ਉਹਨਾਂ ਦੇ ਆਉਂਦਿਆਂ ਸਾਰੇ ਇੱਧਰ ਉੱਧਰ ਲੱਭਣ ਲੱਗੇ। ਜਿੱਥੇ ਗੁਰੂ ਨਾਨਕ ਸਾਹਿਬ ਕੁਝ ਕੇ ਇੱਥੇ ਆ ਗਏ, ਉੱਥੇ ਹੀ ਇਹ ਅਯਾਲੀ ਬੈਠਾ ਸੀ। ਕਹਿੰਦੇ ਉਹ ਮੂਰਖਾ, ਇੱਥੇ ਬੈਠਾ ਕੀ ਕਰਦਾ? ਸਾਡੇ ਦੁੰਬੇ ਜੇ ਕਿੱਥੇ ਗਵਾ ਦਿੱਤੇ ਤੂੰ? ਛੇਤੀ ਦੱਸ, ਨਹੀਂ ਤੇ ਤੈਨੂੰ ਮਾਰਾਂਗੇ ਇੱਥੇ। ਇਹ ਕਹਿਣ ਲੱਗਾ ਵੀ ਇੱਥੇ ਮਾੜਾ ਮੋਟਾ ਉੱਚਾ ਨਾ ਬੋਲੋ। ਕੱਲ੍ਹ ਮੈਂ ਵੀ ਇਸ ਤਰ੍ਹਾਂ ਬੋਲਿਆ ਸੀ ਤੇ ਬੜੀ ਮਾੜੀ ਕਰਨੀ ਪਾਈ ਹੈ। ਇਵੇਂ ਸਾਧ ਸੰਗਤ ਜੀ ਉਹ ਸਾਰੀ ਕਲਾ ਵਰਤੀ। ਇਹ ਲੋਕ ਸ਼ਰਣੀ ਪਏ, ਆਪੋ ਆਪਣੇ ਦੁੰਬੇ ਲੈ ਕੇ ਸਤਿਗੁਰੂ ਜੀ ਨੂੰ ਮੱਥਾ ਟੇਕ ਕੇ ਲੱਭ ਕੇ ਤੇ ਵਾਪਸ ਚਲੇ ਗਏ ਸਨ। ਅੱਜ ਕੱਲ੍ਹ ਜਿੱਥੇ ਗੁਰਦੁਆਰਾ ਮਟਨ ਸਾਹਿਬ ਕਸ਼ਮੀਰ ਵਿੱਚ ਬਣਿਆ ਹੋਇਆ ਹੈ, ਇੱਥੇ ਸਤਿਗੁਰੂ ਜੀ ਨੇ ਸੋਹਣੀ ਧਰਮ ਦੀ ਜਗ੍ਹਾ ਬਣਵਾਈ, ਜਿਹਦੇ ਵਿੱਚ ਸਤਸੰਗ ਕਾਇਮ ਕੀਤੀ। ਬਹੁਤ ਲੋਕ ਕਸ਼ਮੀਰ ਦੇ ਗੁਰੂ ਕੇ ਸਿੱਖ ਬਣੇ, ਚਰਨਾਂ ਦੀ ਪੌਲ ਲੈ ਲੈ ਕੇ ਆਪਣਾ ਭਲਾ ਕੀਤਾ ਸੀ। ਅੱਜ ਕੱਲ੍ਹ ਉੱਥੇ ਗੁਰਦੁਆਰਾ ਮਟਨ ਸਾਹਿਬ ਕਰਕੇ ਬਣਿਆ ਹੋਇਆ ਹੈ। ਇੱਥੇ ਇੱਕ ਬੜਾ ਤਕੜਾ ਵਿਦਵਾਨ ਰਹਿੰਦਾ ਸੀ, ਬ੍ਰਹਮਦਾਸ। ਉਹ ਜਿਵੇਂ ਸਤਿਗੁਰੂ ਜੀ ਪਾਸ ਆਇਆ, ਉਹਨੂੰ ਉਪਦੇਸ਼ ਬਖਸ਼ਿਸ਼ ਕੀਤਾ। ਆਓ ਆਪਾਂ ਸਰਵਣ ਕਰੀਏ ਕਥਾ ਵਿਚਾਰ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ,
ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਹ ਇੱਕ ਪੰਡਤ ਰਹਿਤ ਸੁਜਾਨਾ। ਇਸ ਇਲਾਕੇ ਵਿੱਚ ਇੱਕ ਜਿਹੜਾ ਪੰਡਤ ਬੜਾ ਸੁਘੜ ਸੁਜਾਨ ਰਹਿੰਦਾ ਸੀ। ਸਭ ਵਿਦਿਆ ਮੈਨ ਪੁੰਨ ਨਿਦਾਨਾ। ਜੋ ਸਭ ਪ੍ਰਕਾਰ ਦੀ ਜਿਹੜੀ ਵਿਦਿਆ ਉਹਦੇ ਵਿੱਚ ਪੂਰਾ ਸੀ, ਨਿਪੁੰਨ, ਬੜਾ ਚਤਰ ਸਿਆਣਾ ਸੀ। ਭਾਵ ਵਿਦਿਆ ਦਾ ਤੇ ਖਜ਼ਾਨਾ ਹੀ ਸੀ, ਭੰਡਾਰਾ ਹੀ ਸੀ। ਸ੍ਰੀ ਨਾਨਕ ਮਹਿਮਾ ਤਿਨ ਸੋਨੇ। ਤੇ ਇਹ ਜੋ ਬ੍ਰਹਮਦਾਸ ਬੀਜ ਵਿਹਾੜੇ ਦਾ ਵਾਸੀ ਸੀ ਰਹਿਣ ਵਾਲਾ, ਇਸ ਨੇ ਸਤਿਗੁਰ ਜੀ ਦੀ ਮਹਿਮਾ ਸੁਣੀ। ਦਰਸ਼ਨ ਕਰਾਂ ਹਿਰਦੈ ਆਸ ਗੋਨੇ। ਤੇ ਵੀ ਮੈਂ ਦਰਸ਼ਨ ਕਰਾਂਗਾ ਗੁਰੂ ਨਾਨਕ ਸਾਹਿਬ ਜੀ ਦੇ, ਐਵੇਂ ਆਪਣੇ ਹਿਰਦੇ ਵਿੱਚ ਵਿਚਾਰੀ ਹੈ। ਪੁਸਤਕ ਲੱਦੇ ਉਸਤ ਜਿਨ ਦੋ। ਜਿਸ ਨੇ ਆ ਵਿਦਵਾਨਾਂ ਪਾਸੋਂ ਜਿੱਤ ਜਿੱਤ ਕੇ ਗ੍ਰੰਥ ਤੇ ਪੁਸਤਕਾਂ ਗ੍ਰੰਥਾਂ ਨਾਲ 2 ਊਠ ਲੱਦੇ ਹੋਏ ਸੀ। ਗਮਨਤ ਸੰਗ ਰਹਿਤ ਹੈ ਸੋ। ਤੇ ਉਹ ਜਿਹੜੇ ਊਠ ਗ੍ਰੰਥਾਂ ਨਾਲ ਲੱਦੇ ਹੋਏ, ਇਹਦੇ ਚਲਦਿਆਂ ਚਲਦਿਆਂ ਨਾਲ ਹੀ ਰਹਿੰਦੇ ਸੀ ਹਰ ਵਕਤ। ਸਾਲਗ ਰਾਮ ਗਲੇ ਮਹਿ ਪਾਵਾ। ਐਵੇਂ ਇਹਨੇ ਬ੍ਰਹਮਦਾਸ ਜੋ ਵੈਸ਼ਨਵ ਮਤ ਨਾਲ ਸੰਬੰਧ ਰੱਖਦਾ ਸੀ, ਤੇ ਜਿਹੜੀ ਸਾਲਗ੍ਰਾਮ ਭਗਵਾਨ ਦੀ ਮੂਰਤੀ ਐ ਛੋਟੀ ਜਿਹੀ ਬਣਾ ਕੇ ਗਲੇ ਵਿੱਚ ਪਾਈ ਸੀ, ਜਾਂ ਗਲੇ ਵਿੱਚ ਕੰਠੀ ਪਾਈ ਹੋਈ ਸੀ ਸਾਲਗ੍ਰਾਮ। ਤਨ ਮਹਿ ਦਵਾਦਸ਼ ਤਿਲਕ ਲਗਾਵਾ। ਤੇ ਸਰੀਰ ਉੱਪਰ ਇਹਨੇ 12 ਜਿਹੜੇ ਤਿਲਕ ਲਾਏ ਹੋਏ ਸੀ। ਇੱਕ ਤੇ ਮੱਥੇ ਤੇ, ਫਿਰ ਕੰਠ ਗਲੇ ਤੇ, ਛਾਤੀ ਤੇ, ਪੇਟ ਤੇ, 2 ਵੱਖੀਆਂ ਤੇ, 2 ਮੋਢਿਆਂ ਤੇ, 2 ਬਾਹਾਂ ਤੇ, ਇੱਕ ਪਿੱਠ ਤੇ, ਇੱਕ ਲੱਕ ਵਿੱਚ। ਐਵੇਂ ਵੈਸ਼ਨਵ ਮਤ ਵਿੱਚ ਤਿਲਕ ਲਾਏ ਜਾਂਦੇ ਨੇ, ਲਾਏ ਹੋਏ ਸੀ। ਜਾਂ ਇਸ ਤਰ੍ਹਾਂ ਵੀ ਕਈ ਤਿਲਕ ਲਾਉਂਦੇ ਆ। 3 ਲਕੀਰਾਂ ਮੱਥੇ ਤੇ ਕੱਢਦੇ ਆ, 3 ਮੋਢਿਆਂ ਤੇ, 2 ਤੇ ਉਹ 9 ਤੇ 3 ਛਾਤੀ ਤੇ ਕੱਢ ਲੈਂਦੇ ਆ। ਐਵੇਂ ਦੇ 12 ਤਿਲਕ ਲਾਏ ਹੋਏ ਸੀ। ਜਹ ਬੈਠੇ ਬੇਦੀ ਕੁਲ ਦੀਪਾ। ਜਿੱਥੇ ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਸਤਿਗੁਰੂ ਜੀ ਬੈਠੇ ਸਨ, ਸੋ ਪੰਡਿਤ ਚਲ ਆਏ ਸਮੀਪਾ। ਉਹ ਬ੍ਰਹਮਦਾਸ ਪੰਡਿਤ ਬੀਜ ਬਿਹਾੜੇ ਦਾ ਵਾਸੀ ਐਵੇਂ ਸਤਿਗੁਰੂ ਜੀ ਦੇ ਚੱਲ ਕੇ ਪਾਸ ਆ ਗਿਆ। ਬੈਠਿਓ ਰਾਮ ਰਾਮ ਕੋ ਕਰ ਤੇ ਕੇ। ਮਹਾਰਾਜ ਜੀ ਨੇ ਰਾਮ ਜੀ ਕਰਕੇ ਬੈਠ ਗਿਆ। ਇਹ ਬੋਲਾ ਹੀ ਹੈ ਸਨਾਤਨ ਮਤ ਦਾ। ਜਿਵੇਂ ਆ ਤੁਸੀਂ ਅੱਜ ਵੀ ਜਾਓਗੇ MP ਵੱਲ ਤੇ ਹੋਰ ਕਈ ਇਲਾਕਿਆਂ ਵਿੱਚ ਐਵੇਂ ਕਹਿੰਦੇ ਰਾਮ ਜੀ, ਤੇ ਉਹ ਐਵੇਂ ਰਾਮ ਕਰਕੇ ਬੈਠ ਗਿਆ ਮਹਾਰਾਜ ਜੀ ਪਾਸ। ਵਿਦਿਆ ਗਰਭ ਰਹਿਓ ਔਰ ਭਰ ਕਾ। ਜੋ ਹ੍ਰਿਦੇ ਵਿੱਚ ਵਿਦਿਆ ਦੇ ਹੰਕਾਰ ਕਰਕੇ ਭਰ ਕੇ ਰਹਿ ਰਿਹਾ ਸੀ, ਬੜਾ ਵੀ ਮੈਂ ਬੜਾ ਪੜ੍ਹਿਆ ਹਾਂ। ਬੋਲਿਓ ਬਹਰ ਬਚਨ ਦੁਰਾਸਾ। ਬੜੇ ਇਹ ਸਤਿਗੁਰੂ ਜੀ ਨੂੰ ਖੋਟੇ ਜਿਹੇ ਆ ਕੇ ਬਚਨ ਬੋਲਿਆ। ਸੰਤ ਹੋਏ ਕਿਉਂ ਖਾਵਤ ਮਾਸਾ। ਕਹਿੰਦਾ ਵੀ ਤੁਸੀਂ ਕਿਉਂ ਸੰਤ ਹੋ ਕੇ ਜਿਹੜਾ ਮਾਸ ਖਾਂਦੇ ਹੋ? ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਐਵੇਂ ਆਪਣੇ ਤਨ ਉੱਪਰ ਪੋਸ਼ਤੀਨ ਦੀ ਜਿਹੜੀ ਕੋਟੀ ਜੀ ਧਾਰਨ ਕੀਤੀ ਸੀ ਚਮੜੇ ਜੀ ਦੀ, ਤੇ ਉਹ ਚੰਮ ਕਿਉਂਕਿ ਗਰਮ ਹੁੰਦਾ। ਕਸ਼ਮੀਰ ਵਿੱਚ ਠੰਡ ਬਹੁਤ ਹੈ, ਬਰਫ਼ ਪੈਂਦੀ ਉੱਥੇ, ਤੇ ਸਤਿਗੁਰੂ ਜੀ ਨੇ ਉਹ ਪੋਸ਼ਤੀਨ ਚਮੜੇ ਦੀ ਜਿਹੜੀ ਕੋਟੀ ਜੀ ਪਹਿਨੀ ਹੋਈ ਸੀ ਸਰੀਰ ਉੱਪਰ, ਤੇ ਇਹਨੇ ਉਹ ਕੋਟੀ ਚਮੜੇ ਦੀ ਵੇਖ ਕੇ ਅਨੁਮਾਨ ਜਿਹਾ ਲਾ ਲਿਆ ਵੀ ਜੇ ਚਮੜੇ ਦੀ ਕੋਟੀ ਪਾ ਸਕਦੇ ਫਕੀਰ ਬਣ ਕੇ, ਤੇ ਕਿਉਂ ਨਹੀਂ ਇਹ ਮਾਸ ਕਿਉਂ ਨਾ ਖਾਂਦੇ ਹੋਣਗੇ। ਕਹਿੰਦਾ ਵੀ ਤੁਸੀਂ
ਆ ਕਿਉਂ ਜਿਹੜਾ ਸੰਤ ਹੋ ਕੇ ਮਾਸ ਖਾਈ ਜਾਂਦੇ ਹੋ ਤਲ ਤਲ ਕੇ? ਕਿਉ ਤਨ ਉਪਰ ਚਰਮੰ ਲੀਨਾ। ਕਿਉਂਕਿ ਮੈਂ ਵੇਖ ਰਿਹਾ ਤੁਸਾਂ ਨੇ ਚੰਮ ਜਿਹੜਾ ਹੈ, ਚੰਮ ਦੀ ਪੋਸ਼ਤੀਣ ਕੋਟੀ ਜੀ ਸਰੀਰ ਉੱਪਰ ਲਈ ਹੋਈ ਹੈ। ਕਿਉਂ ਲਈ ਹੋਈ ਕੋਟੀ ਪੋਸ਼ਤੀਨ? ਇਹ ਤੁਮ ਕਰਮ ਵਿਪਰਜਾ ਕੀਨਾ। ਇਹ ਜਿਹੜਾ ਕੰਮ ਹੈ ਤੁਸਾਂ ਨੇ ਬਹੁਤ ਉਲਟਾ ਕੀਤਾ ਵੀ ਇੱਕ ਪਾਸੇ ਸਾਧੂ ਫਕੀਰ ਬਣੇ ਹੋਏ ਹੋ, ਉੱਪਰੋਂ ਪੋਸ਼ਤੀਨ ਪਹਿਨੀ ਹੋਈ ਚਮੜੇ ਦੀ ਕੋਟੀ। ਗੁਰ ਉਪਰ ਤਬ ਥੀ ਪੁਛਤੀਨਾ। ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਭਾਈ ਬਾਲਾ ਕਹਿੰਦੇ ਕਿਉਂਕਿ ਸਤਿਗੁਰ ਜੀ ਦੇ ਸਰੀਰ ਉੱਪਰ ਉਸ ਵੇਲੇ ਪੋਸ਼ਤੀਨ ਹੈ ਸੀ ਧਾਰਨ ਕੀਤੀ ਹੋਈ। ਸੁਨ ਪੰਡਿਤ ਕੇ ਭਜਨ ਪਰਬੀਨਾ। ਅੰਤਰਜਾਮੀ ਸਤਿਗੁਰੂ ਸਿਆਣੇ ਸਤਿਗੁਰੂ ਜੀ ਐਵੇਂ ਬ੍ਰਹਮਦਾਸ ਪੰਡਿਤ ਤੋਂ ਇਹੋ ਜਿਹੇ ਬਚਨ ਸੁਣ ਕੇ ਮਾੜੇ ਖੋਟੇ ਸਿੱਖਿਆ ਦੇਨ ਹੇਤ ਤਿਹ ਸੰਗਾ। ਉਸ ਦੇ ਨਾਲ ਬ੍ਰਹਮਦਾਸ ਨੂੰ ਸਿੱਖਿਆ ਦੇਣ ਵਾਸਤੇ ਉਚਰਿਓ ਸ਼ਬਦ ਸੋ ਪ੍ਰੇਮ ਉਮੰਗਾ। ਜਿਹੜਾ ਸ਼ਬਦ ਹੈ ਗੁਰਬਾਣੀ ਦਾ ਬੜੇ ਪ੍ਰੇਮ ਉਤਸ਼ਾਹ ਨਾਲ ਉਚਾਰਿਆ ਹੈ। ਤੇ ਇਹ ਆਸਾ ਦੀ ਵਾਰ ਵਿੱਚ 9ਵਾਂ ਸ਼ਬਦ ਆਉਂਦਾ 9ਵੇਂ ਛੱਕੇ ਦੇ ਸਮੇਤ। ਤੇ ਇਹਦੀਆਂ 2 ਥਾਨਕਾ ਸੰਪਰਦਾਇ ਵਿੱਚ ਦਸੀਆਂ ਵੀ ਇੱਕ ਦੇ ਸ਼ੇਖ ਬ੍ਰਹਮ ਨਾਲ ਉਹ ਭਾਈ ਮਣੀ ਸਿੰਘ ਜੀ ਦੀ ਪੁਰਾਤਨ ਸਾਖੀ ਵਿੱਚ ਆਉਂਦਾ ਹੈ। ਇੱਕ ਇਹਦੀ ਥਾਨਕਾ ਆ ਲਿਖੀ ਹੋਈ ਜੋ ਆਪਾਂ ਪੜ੍ਹ ਰਹੇ ਹਾਂ। ਸੰਪਰਦਾਵਾਂ ਨੇ ਦੋਵੇਂ ਜਿਹੜੀਆਂ 2 ਤਰ੍ਹਾਂ ਮੰਨੀਆਂ ਹੋਈਆਂ। ਗੁਰੂ ਜੀ ਨੇ ਬੜੇ ਪ੍ਰੇਮ ਤੇ ਉਤਸ਼ਾਹ ਨਾਲ ਸ਼ਬਦ ਉਚਾਰਿਆ। ਸ੍ਰੀ ਮੁਖ ਵਾਕ ਸਲੋਕ ਮਹਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ। ਮਹਾਰਾਜ ਕਹਿਣ ਲੱਗੇ ਹੈ ਪੰਡਿਤ ਹੰਕਾਰੀ, ਐਵੇਂ ਵੇਦਾਂ ਨੂੰ ਪੜ੍ਹ ਪੜ੍ਹ ਕੇ, ਸ਼ਾਸਤਰ ਸਿਮਰਤੀਆਂ ਨੂੰ ਪੜ੍ਹ ਪੜ੍ਹ ਕੇ ਭਾਵੇਂ ਆ ਜਿਹੜੇ ਗੱਡੀਆਂ ਲੱਦ ਲਈਏ, ਗੱਡਿਆਂ ਉੱਪਰ ਉਹ ਗ੍ਰੰਥ ਲੱਦ ਲਈਏ ਜਿੱਤ ਜਿੱਤ ਕੇ। ਪੜ ਪੜ ਭਰੀ ਹੈ ਸਾਥ। ਫਿਰ ਵੇਦਾਂ ਨੂੰ ਪੜ੍ਹ ਕੇ, ਸ਼ਾਸਤਰ ਪੁਰਾਣਾਂ ਨੂੰ ਪੜ੍ਹ ਕੇ, ਧਰਮ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਤੇ ਜਿਹੜਾ ਊਠਾਂ ਦੇ ਸਾਥ ਕਹੀਏ ਕਾਫਲੇ ਬਹੁਤ ਉਹਨਾਂ ਉੱਪਰ ਉਹ ਗ੍ਰੰਥ ਜਿਹੜੇ ਭਰ ਕੇ ਰੱਖ ਲਈਏ। ਊਠ ਹੀ ਭਾਵ ਲੱਦ ਲਈਏ ਬਹੁਤੇ ਗ੍ਰੰਥਾਂ ਨਾਲ। ਪੜ ਪੜ ਬੇੜੀ ਪਾਈਐ। ਫਿਰ ਪੜ੍ਹ ਪੜ੍ਹ ਕੇ ਸ਼ਾਸਤਰ ਪੁਰਾਣਾ ਸਿਮਰਤੀਆਂ ਧਰਮ ਗ੍ਰੰਥਾਂ ਨੂੰ ਇੰਨਾ ਪੜ੍ਹ ਲਈਏ, ਇੰਨੇ ਗ੍ਰੰਥ ਹੋ ਜਾਣ ਜਿੱਤ ਜਿੱਤ ਕੇ ਪੜ੍ਹ ਕੇ ਚਰਚਾ ਕਰ ਕਰਕੇ ਕਿ ਜਦੋਂ ਨਦੀ ਦਰਿਆ ਪਾਰ ਕਰਨਾ ਹੋਵੇ ਤੇ ਉਹ ਬੇੜੀ 'ਚ ਪਾ ਕੇ ਗ੍ਰੰਥਾਂ ਨੂੰ ਤੇ ਫਿਰ ਪਾਰ ਪਈਏ। ਪੜ ਪੜ ਗੱਡੀ ਹੈ ਖਾਤ। ਇਸੇ ਤਰ੍ਹਾਂ ਫਿਰ ਪੜ੍ਹ ਪੜ੍ਹ ਕੇ ਵੀ ਜਦੋਂ ਗ੍ਰੰਥ ਪੜ੍ਹ ਪੜ੍ਹ ਕੇ ਪੁਰਾਣੇ ਹੋ ਜਾਣ ਤੇ ਖਾਤ ਕਹੀਏ ਟੋਇਆ ਪੁੱਟ ਕੇ ਤੇ ਉਹਦੇ ਵਿੱਚ ਗੱਡ ਦਈਏ ਜਾਂ ਵੀ ਇੰਨਾ ਪੜ੍ਹ ਲਈਏ, ਪੜ੍ਹ ਪੜ੍ਹ ਕੇ ਚਰਚਾ ਕਰਕੇ ਜਿੱਤ ਜਾਈਏ ਸਾਰੇ ਪਾਸੇ, ਜਿਸ ਕਰਕੇ ਬਹੁਤੀ ਮਾਇਆ ਕਮਾ ਲਈਏ ਤੇ ਟੋਏ ਪੁੱਟ ਪੁੱਟ ਕੇ ਉਹ ਮਾਇਆ ਨੂੰ ਗੱਡ ਦਈਏ। ਪੜੀ ਹੈ ਜੇਤੇ ਬਰਸ ਬਰਸ। ਫਿਰ ਉਮਰ ਦੇ ਜਿੰਨੇ ਸਾਲ ਆ ਉਹ ਸਾਲੋ ਸਾਲ ਪੜ੍ਹਦੇ ਜਾਈਏ, ਪੜ੍ਹੀ ਜਾਈਏ। ਪੜੀ ਹੈ ਜੇਤੇ ਮਾਸ। ਜਿੰਨੇ ਉਮਰ ਦੇ ਵਿੱਚ ਮਹੀਨੇ ਆਉਂਦੇ ਆ ਉਹ ਸਾਰੇ ਮਹੀਨੇ ਭਾਵ 12 ਮਹੀਨੇ ਪੜ੍ਹਦੇ ਹੀ ਰਹੀਏ ਹਰ ਵਕਤ। ਪੜੀ ਹੈ ਜੇਤੀ ਆਰ ਜਾ। ਇਹ ਪੰਡਤਾ ਜਿੰਨੀ ਉਮਰ ਹੈ ਉਹ ਸਾਰੀ ਉਮਰ ਪੜ੍ਹਦੇ ਰਹੀਏ, ਪੜ੍ਹ ਪੜ੍ਹ ਕਮਲੇ ਹੀ ਹੋ ਜਾਈਏ। ਪੜੀ ਹੈ ਜੇਤੇ ਸਾਸ। ਜਿੰਨੇ ਕੋ ਵਾਹਿਗੁਰੂ ਨੇ ਸਵਾਸ ਬਖਸ਼ੇ ਸਰੀਰ ਅੰਦਰ ਉਹ ਸਵਾਸਾਂ ਦੇ ਨਾਲ ਹੀ ਪੜ੍ਹਦੇ ਜਾਈਏ, ਪੜ੍ਹੀ ਜਾਈਏ, ਪੜ੍ਹਦੇ ਰਹੀਏ। ਨਾਨਕ ਲੇਖਾ ਇੱਕ ਗੱਲ। ਪਰ ਇੱਕ ਜੋ ਵਾਹਿਗੁਰੂ ਦਾ ਨਾਮ ਜਪਣਾ ਹੈ ਤੇ ਉਹਨੂੰ ਪ੍ਰਵਾਨ ਹੋ ਜਾਣਾ ਹੈ। ਇਹ ਪੰਡਤਾ ਇਹੋ ਗੱਲ ਲੇਖੇ ਹਿਸਾਬ ਕਿਤਾਬ ਵਿੱਚ, ਬਾਕੀ ਦੇ ਸਭ ਕੋਈ ਕੰਮ ਨਹੀਂ ਹੈ ਪੜ੍ਹਨਾ। ਹੋਰ ਹਉਮੈ ਝਖਣਾ ਚਾਖ। ਹੋਰ ਤੇ ਜਿਹੜਾ ਹਉਮੈ ਹੰਕਾਰ ਦੇ ਨਾਲ, ਹੰਗਤਾ ਨਾਲ ਹੀ ਐਵੇਂ ਝੱਖਾਂ ਮਾਰ ਮਾਰ ਕੇ ਝਖਣਾ ਵਿਅਰਥ ਹੀ ਹੈ। ਝੱਖਾਂ ਮਾਰ ਮਾਰ ਕੇ ਬੋਲਣਾ ਵਿਅਰਥ ਹੀ ਹੈ, ਭਾਵ ਕੋਈ ਫਾਇਦਾ ਨਹੀਂ ਹੈ, ਕੋਈ ਲਾਭ ਨਹੀਂ ਹੈ ਹੋਰ ਪੜ੍ਹਾਈ ਵਿੱਚ। ਜਿਹੜਾ ਇੱਕ ਪਰਮੇਸ਼ਰ ਦਾ ਨਾਮ
ਤੇ ਉਹਨੂੰ ਪ੍ਰਮਾਣਿਕ ਹੋ ਜਾਣਾ, ਪ੍ਰਮਾਣ ਹੋ ਜਾਣਾ। ਇਹੋ ਗੱਲ ਹਿਸਾਬ ਕਿਤਾਬ ਵਿੱਚ ਹੈ। ਬਾਕੀ ਪੜ੍ਹਿਆ ਲਿਖਿਆ ਤੇਰੇ ਵਾਂਗ ਕਿਸੇ ਕੰਮ ਨਹੀਂ ਹੈ। ਉਹ ਕਿਸ ਕੰਮ ਹੈ ਵੀ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਜਿਹਨੂੰ ਲਾਲਚ ਹੋ ਗਿਆ ਵੀ ਨੌਕਰੀ ਮਿਲ ਜੂਗੀ, ਹੰਕਾਰ ਹੋ ਗਿਆ ਵੀ ਮੈਂ ਬੜਾ ਪੜ੍ਹਿਆ ਲਿਖਿਆ, ਮੈਂ ਕੀ ਤੈਨੂੰ ਜਾਣਦਾ ਹਾਂ, ਕਿੱਥੇ ਮੈਂ PhD ਕੀਤੀ ਹੈ, ਕੈਨੇਡਾ ਪੜ੍ਹਿਆ, ਅਮਰੀਕਾ ਪੜ੍ਹਿਆ। ਉਹ ਤੂੰ ਇੱਥੇ ਪੜ੍ਹਨ ਵਾਲਾ ਸਾਨੂੰ ਕੀ ਕਹੇਗਾ, ਕੀ ਸਿਖਾਏਗਾ। ਉਹ ਕਿਸੇ ਕੰਮ ਨਹੀਂ, ਵਿਅਰਥ ਨਹੀਂ ਹੈ। ਉਹ ਤਾਂ ਐਵੇਂ ਝੱਖਾਂ ਹੀ ਮਾਰਨ ਵਾਲੀ ਗੱਲ, ਬਹੁਤਾ ਬੋਲਣ ਝੱਖਣ ਹੋਏ, ਐਵੇਂ ਬਹੁਤਾ ਬੋਲ ਕੇ ਖਰਾਬ ਹੀ ਕਰ ਲਿਆ ਸਗੋਂ। ਦੋਹਰਾ ਸੁਨ ਪੰਡਿਤ ਬਿਨ ਸਤਿਗੁਰੂ। ਹੇ ਪੰਡਿਤਾ ਬ੍ਰਹਮਦਾਸ ਸੁਣ ਬਿਨਾ ਪੂਰੇ ਸਤਿਗੁਰੂ ਤੋਂ ਮਾਰਗ ਹਾਥ ਨਾ ਆਏ। ਜਿਹੜੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਹੈ ਨਾ, ਉਸ ਦਾ ਰਸਤਾ ਹੱਥ ਨਹੀਂ ਆਉਂਦਾ। ਬਿਨ ਤਾਰੀ ਤਾਰੋ ਫਿਰਿਓ। ਜਿਵੇਂ ਬਿਨਾ ਕੁੰਜੀ ਤੋਂ ਤਾਰੋ ਕਹੀਏ, ਜਿੰਦਰਾ ਭਿੜਿਆ ਰਹਿੰਦਾ, ਵੱਜਿਆ ਹੀ ਰਹਿੰਦਾ ਹੈ। ਖੁੱਲੇ ਨਾ ਕਰੇ ਉਪਾਏ। ਜੇ ਕੋਈ ਲੱਖਾਂ ਯਤਨ ਕਰੇ, ਉਹ ਜਿੰਦਰਾ ਖੁੱਲਦਾ ਨਹੀਂ ਹੈ ਬਿਨਾ ਕੁੰਜੀ ਤੋਂ। ਇਸੇ ਤਰ੍ਹਾਂ ਇਹ ਬ੍ਰਹਮਦਾਸ ਪੰਡਿਤ ਜਿਹੜਾ ਗਿਆਨ ਰੂਪੀ ਜਿੰਦਰਾ ਹੈ, ਗੁਰੂ ਦੀ ਸਿੱਖੀ ਰੂਪ ਕੁੰਜੀ ਤੋਂ ਬਿਨਾ ਖੁੱਲਦਾ ਨਹੀਂ ਹੈ। ਗੁਰੂ ਦੇ ਉਪਦੇਸ਼ ਰੂਪੀ ਕੁੰਜੀ ਤੋਂ ਬਿਨਾ ਗਿਆਨ ਦਾ ਜਿੰਦਰਾ ਖੁੱਲਦਾ ਨਹੀਂ ਹੈ। ਪਰਮੇਸ਼ਰ ਦੀ ਪ੍ਰੇਮਾ ਭਗਤੀ ਤੋਂ ਬਿਨਾ ਅਗਿਆਨ ਰੂਪੀ ਜਿੰਦਰਾ ਖੁੱਲਦਾ ਨਹੀਂ ਹੈ। ਇਸੇ ਤਰ੍ਹਾਂ ਗਿਆਨ ਰੂਪੀ ਕੁੰਜੀ ਤੋਂ ਬਿਨਾ ਗਿਆਨ ਦਾ ਜਿਹੜਾ ਜਿੰਦਰਾ ਖੁੱਲਦਾ ਨਹੀਂ ਹੈ। ਜਿਵੇਂ ਤੂੰ ਬਹੁਤਾ ਪੜ੍ਹਿਆ ਹੋਇਆ ਹੈ, ਤੇਰਾ ਅੱਜ ਤੱਕ ਅਗਿਆਨ ਗਿਆ ਕੋਈ ਨਹੀਂ, ਐਵੇਂ ਹੰਕਾਰ ਹੀ ਚੁੱਕੀ ਫਿਰਦਾ, ਫੂਕਾ ਮਾਰਦਾ ਸੱਪ ਵਾਂਗ। ਜੋ ਪਈ ਪੂਰਨ ਪੁੰਜ ਪੁੰਨ ਜਬ ਹੋਏ। ਜਦੋਂ ਇਹ ਜੀਵ ਦੇ ਬਹੁਤੇ ਪੁੰਨ ਪਹਿਲੇ ਕੀਤੇ ਹੋਏ ਇਕੱਠੇ ਹੋ ਜਾਣ, ਮਿਲ ਹੈ ਗੁਰੂ ਉਪਦੇਸ਼ ਸੋਏ। ਫਿਰ ਉਹਨੂੰ ਗੁਰੂ ਮਿਲ ਜਾਂਦੇ ਆ ਤੇ ਉਸ ਪੁਰਸ਼ ਨੂੰ ਉਪਦੇਸ਼ ਕਰਦੇ ਗੁਰੂ ਪੂਰੇ। ਸਾਰਾ ਸਾਰ ਲਖਾਵਾ ਜਬ। ਜਦੋਂ ਗੁਰੂ ਉਸ ਸ਼ਿਸ਼ ਸਿੱਖ ਨੂੰ ਸਾਰ ਅਸਾਰ ਜਣਾ ਦਿੰਦੇ, ਸਤ ਅਸਤ ਜਣਾ ਦਿੰਦੇ ਹੈ, ਝੂਠ ਸੱਚ ਜਣਾ ਦਿੰਦੇ ਵੀ ਝੂਠ ਕੀ ਹੈ, ਸੱਚ ਕੀ ਹੈ, ਸਤ ਕੀ ਹੈ, ਅਸਤ ਕੀ ਹੈ। ਗ੍ਰਹਿਣ ਤਿਆਗਨ ਜਾਣੈ ਤਬ। ਤਦੋਂ ਉਹ ਜਿਹੜਾ ਜਾਣ ਲੈਂਦਾ ਵੀ ਕੀ ਗ੍ਰਹਿਣ ਕਰਨਾ ਹੈ, ਕੀ ਛੱਡਣਾ ਹੈ, ਵੀ ਗੁਣਾਂ ਨੂੰ ਗ੍ਰਹਿਣ ਕਰਨਾ ਹੈ, ਔਗੁਣਾਂ ਨੂੰ ਛੱਡਣਾ, ਤਦੋਂ ਜਾਣ ਲੈਂਦਾ ਉਹ ਸਿੱਖ। ਮਿਟੈ ਭਰਮ ਚਿਤ ਸ਼ਾਂਤੀ ਪਾਏ। ਜਿਹੜੇ ਭਰਮ ਹੈ ਇਹ ਗੁਰੂ ਦੀ ਕਿਰਪਾ ਨਾਲ ਮਿਟਦੇ ਆ। ਭੈ ਬਿਨ ਭਰਮ ਨਾ ਕੱਟੀਐ, ਨਾਮ ਨਾ ਲੱਗੈ ਪਿਆਰ ਹੈ। ਇਹ ਗੁਰੂ ਦੇ ਭੈ ਤੋਂ ਬਿਨਾ ਭਰਮ ਕਦੀ ਮਿਟਦਾ ਨਹੀਂ ਹੈ। ਜਦੋਂ ਗੁਰੂ ਦਾ ਭੈ ਹੋ ਜਾਂਦਾ ਹੈ, ਫਿਰ ਭਰਮ ਮਿਟ ਜਾਂਦੇ, ਚਿੱਤ ਨੂੰ ਸ਼ਾਂਤੀ ਆ ਜਾਂਦੀ, ਸ਼ਾਂਤੀ ਪਾ ਲੈਂਦਾ ਉਹ ਵਿਦਵਾਨ ਸਿੱਖ। ਅਨੇਕ ਕਲਪਨਾ ਹਿਰਦੈ ਨਸਾਏ। ਬਹੁਤੀਆਂ ਜਿਹੜੀਆਂ ਕਲਪਨਾ ਮਨ ਦੀਆਂ ਮੰਦੀਆਂ ਹਿਰਦੇ ਵਿੱਚ ਨਾਸ ਕਰ ਲੈਂਦਾ ਉਹ। ਰਹਿਰ ਵੇਖ ਪਰ ਦ੍ਰਿਸ਼ਟ ਨਾ ਧਾਰੈ। ਫਿਰ ਉਹ ਗਿਆਨੀ ਪੁਰਸ਼ ਬਾਹਰਲਾ ਭੇਖ ਦੇਖ ਕੇ ਦ੍ਰਿਸ਼ਟੀ ਨਹੀਂ ਧਾਰਦਾ ਵੀ ਇਹ ਵੀ ਕਿਹੋ ਜਿਹਾ ਭੇਖ ਧਾਰਿਆ ਦੇ ਮਾਸ ਖਾਂਦਾ ਹੈ। ਜਿਵੇਂ ਤੂੰ ਵੇਖ ਕੇ ਕਹਿ ਦਿੱਤਾ ਹੈ ਵੀ ਚੰਮ ਦੀ ਪੋਸ਼ਤੀਨ ਪਾਈ ਮਾਸ ਖਾਂਦੇ ਹੋਣਗੇ, ਇਹੋ ਜਿਹੀ ਦ੍ਰਿਸ਼ਟੀ ਨਹੀਂ ਧਾਰਦਾ। ਅੰਤਰਮੁਖੀ ਬ੍ਰਿਤ ਕੋ ਧਾਰੈ। ਸਗੋਂ ਉਹ ਤੇ ਮਨ ਦੀ ਅੰਤਰਮੁਖ ਬਿਰਤੀ ਨੂੰ ਪਾਲਦਾ, ਸਗੋਂ ਵਧਾਉਂਦਾ। 2 ਘੰਟੇ 4 ਘੰਟੇ ਕਰਦਾ, 4 ਤੋਂ 6 ਫਿਰ 8 ਫਿਰ ਕਈ ਦਿਨ ਫਿਰ ਮਹੀਨਿਆਂ ਬੱਧੀ ਅੰਤਰਮੁਖ ਬਿਰਤੀ ਨੂੰ ਪਾਲਦਾ, ਵਧਾਈ ਜਾਂਦਾ ਦਿਨੋਂ ਦਿਨ। ਸੁਨ ਪੰਡਿਤ ਔਰ ਲਿਹੋ ਵਿਚਾਰੀ। ਇਹ ਬ੍ਰਹਮਦਾਸ ਪੰਡਿਤ ਸੁਣ, ਤੂੰ ਆਪਣੇ ਹਿਰਦੇ ਵਿੱਚ ਵਿਚਾਰ ਲਾ ਧਿਆਨ ਨਾਲ। ਜਬ ਲੋ ਮਨ ਹੈ ਵਿਸ਼ੇ ਵਿਕਾਰੀ। ਜਦੋਂ ਤੱਕ ਇਹ ਮਨ ਵਿਸ਼ੇ ਵਿਕਾਰਾਂ ਵਿੱਚ ਪਿਆ ਹੋਇਆ ਹੈ। ਰਹਿਰ ਭੇਖ ਤਬ ਲੋ ਸਭ ਕਾਚਾ। ਬਾਹਰਲਾ ਜਿਹੜਾ ਭੇਖ ਹੈ ਤਦੋਂ ਤੱਕ ਬਿਲਕੁਲ ਕੱਚਾ ਹੀ ਹੈ, ਕਿਸੇ ਕੰਮ ਨਹੀਂ ਹੈ। ਜਿਵੇਂ ਤੂੰ 12 ਤਿਲਕ ਲਾਏ ਤੇ ਗਲ ਵਿੱਚ ਕੰਠੀ ਪਾਈ ਹੋਈ ਸਾਲਗ੍ਰਾਮ। ਸਾਚ ਸੰਗ ਰੰਚਕ ਨਹਿਰਾਚਾ। ਜਦੋਂ ਤੱਕ, ਕਿਉਂਕਿ ਉਹ ਸੱਚ ਦੇ ਨਾਲ, ਸੱਚੇ ਪਰਮੇਸ਼ਰ ਦੇ ਨਾਮ ਨਾਲ ਰੰਚਕ ਭੂਰਾ ਮਾਤਰ ਵੀ ਰਚਿਆ ਨਹੀਂ ਹੈ, ਲੱਗਾ ਨਹੀਂ ਹੈ। ਸਹ ਸੀਸ ਜਮ ਡੰਡ ਵਿਸਾਲਾ। ਜਿਸ ਕਰਕੇ ਐਸੇ ਭੇਖੀ ਨੂੰ ਜਿਹੜਾ
ਉਹ ਜਮ ਦਾ ਡੰਡਾ ਆਪਣੇ ਸਰੀਰ ਦੇ ਉੱਪਰ ਸੈਂਦਾ। ਫਿਰ ਬਹੁਤਾ ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮਹਿ ਲਾਗੈ। ਕਹਿੰਦੇ ਉਦੋਂ ਪੁਰਸ਼ ਜਾਗਦਾ ਜਦੋਂ ਜਮ ਦਾ ਡੰਡਾ ਵੱਜਦਾ ਦੇ ਸਿਰ ਦੇ ਉੱਪਰ। ਫਿਰ ਕਹਿੰਦਾ ਓਹੋ ਸਾਰਾ ਜਨਮ ਹੀ ਵਿਅਰਥ ਚਲਾ ਗਿਆ, ਐਵੇਂ ਮੈਂ ਤੇ ਮੂੰਹ ਲੇਪਣ ਤੇ ਸਾਰੀ ਉਮਰ ਲਗਾ ਦਿੱਤੀ ਹੈ, ਆਪਣੇ ਵਾਲ ਸਵਾਰਦਾ ਹੀ ਮਰ ਗਿਆ, ਐਵੇਂ ਬਹੁਤਾ ਪੜਦਾ ਹੀ ਮਰ ਗਿਆ ਬਿਨਾਂ ਵਜ੍ਹਾ ਹੀ। ਸਦਾ ਫਸੇ ਤ੍ਰਿਸ਼ਨਾ ਕੇ ਜਾਲਾ, ਜਿਹੜੇ ਸਦਾ ਹਮੇਸ਼ਾ ਤ੍ਰਿਸ਼ਨਾ ਦੇ ਜਾਲ ਵਿੱਚ ਹੀ ਫਸੇ ਹੋਏ ਬੱਝੇ ਹੋਏ ਐ। ਕਾਮ ਕਰੋਧ ਮਦ ਮਾਨ ਮਲੀਨੇ, ਫਿਰ ਤੇਰੇ ਵਰਗੇ ਕਾਮ ਕ੍ਰੋਧ ਤੇ ਹੰਕਾਰ ਦੀ ਮਸਤੀ ਵਿੱਚ ਮੈਲੇ ਹੋਏ ਪਏ ਆ ਪੰਡਿਤਾ। ਨਿਜ ਸਰੂਪ ਲਖਹਿ ਨਾ ਮਤਹੀਨੇ, ਉਹ ਮਤ ਬੁੱਧੀ ਦੇ ਹੀਣੇ ਆਪਣੇ ਨਿਜ ਆਤਮ ਸਰੂਪ ਨੂੰ ਜਾਣ ਨਹੀਂ ਸਕਦੇ ਕਿਸੇ ਤਰ੍ਹਾਂ ਵੀ। ਪੂਰਬ ਪੁੰਨ ਪੁੰਜ ਹੋਇ ਜਪਹਿ, ਪਰ ਜੇ ਪਰਮੇਸ਼ਰ ਦੀ ਕਿਰਪਾ ਨਾਲ ਬਹੁਤੇ ਪੁੰਨ ਪਹਿਲੇ ਕੀਤੇ ਹੋਏ ਇਕੱਠੇ ਹੋ ਜਾਣ, ਮਿਲਹਿ ਕਿਰਪਾ ਕਰ ਸਤਿਗੁਰ ਤਬਹਿ, ਫੇਰ ਹੀ ਕਿਰਪਾ ਕਰਕੇ ਸਤਿਗੁਰੂ ਪੂਰੇ ਮਿਲਦੇ ਆ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਵੱਡਿਆਂ ਭਾਗਾਂ ਨਾਲ ਗੁਰੂ ਪ੍ਰਾਪਤ ਹੁੰਦੇ ਆ। ਨਿਜ ਸਰੂਪ ਕੋ ਦੇਹ ਦਿਖਾਈ, ਫਿਰ ਗੁਰੂ ਆਪਣੇ ਸ਼ੇਸ਼ਾਂ ਨੂੰ ਜਿਹੜਾ ਸਵੈ ਸਰੂਪ ਹੈ ਆਤਮ ਸਰੂਪ ਨੂੰ ਦਿਖਾ ਦਿੰਦੇ ਵੀ ਤੇਰਾ ਆਤਮਾ ਸਤ ਚੇਤਨ ਆਨੰਦ ਹੈ। ਭਰਮ ਕਰਮ ਤੇ ਲਹਿ ਛਡਾਈ, ਜਿਹੜੇ 5 ਪ੍ਰਕਾਰ ਦੇ ਭਰਮ ਹੈ ਹੋਰ ਕਰਮ ਕਾਂਡ ਇਹਨਾਂ ਤੋਂ ਛਡਾ ਲੈਂਦੇ ਐ। ਭਰਮ ਕੇ ਪਰਦੇ ਸਤਿਗੁਰ ਖੋਲੇ, ਹੰਤਾ ਤਿਆਗ ਸਰਬ ਦੁਖ ਹਰਹਿ, ਜਿਹੜੀ ਹੰਗਤਾ ਹੈ ਮੈਂ ਪਣਾ ਹੈ ਮੈਂ ਮੇਰੀ ਹੈ, ਜਿਹੜੇ ਹਉਮੈ ਦੀਰਘ ਰੋਗ ਹੈ ਬੜਾ ਤਕੜਾ ਰੋਗ ਹੈ ਹੰਕਾਰ ਦਾ, ਇਹਨੂੰ ਛਡਾ ਕੇ ਸਾਰੇ ਦੋਖੀ ਨਾਸ ਕਰ ਦਿੰਦੇ ਗੁਰੂ। ਪ੍ਰਾਲਬਧ ਸੋ ਪੁੰਚਨ ਕਰਹਿ, ਜਿਸ ਕਰਕੇ ਉਹ ਗਿਆਨੀ ਪੁਰਸ਼ ਫਿਰ ਪ੍ਰਾਲਬਧ ਕਿਸਮਤ ਨਾਲ ਹੀ ਜੋ ਮਿਲ ਜਾਏ ਰੁੱਖਾ ਮਿੱਸਾ ਨੂੰ ਭੋਗਣਾ ਕਰਦਾ ਛਕਣਾ ਕਰਦਾ ਹੈ। ਕਾਹੇ ਵਸਤ ਕੀ ਕਰਹਿ ਨਾ ਆਸਾ, ਫਿਰ ਉਹ ਗਿਆਨੀ ਮਹਾਂਪੁਰਸ਼ ਕਿਸੇ ਵੀ ਵਸਤੂ ਦੀ ਗ੍ਰਹਿਣ ਕਰਦੀ ਆਸਾ ਨਹੀਂ ਕਰਦਾ, ਮੇਰੀ ਝੋਲੀ ਵਿੱਚ ਆ ਪੈ ਜਾਏ ਮੈਂ ਲੈ ਲਾਂ। ਹਿਰਦੈ ਆਨੰਦ ਸਦੀਵ ਨਿਰਾਸਾ, ਹਿਰਦੇ ਵਿੱਚ ਆਨੰਦਿਤ ਰਹਿੰਦਾ, ਖੁਸ਼ ਪ੍ਰਸੰਨ ਰਹਿੰਦਾ, ਹਮੇਸ਼ਾ ਹੀ ਆਸਾਂ ਤੋਂ ਨਿਰਾਸ਼ਾ ਰਹਿੰਦਾ ਹੈ। ਇਉ ਸੁਨ ਪੰਡਿਤ ਬੰਧਨ ਕੀਨੀ, ਇਉਂ ਸੁਣ ਕੇ ਪੰਡਿਤ ਬ੍ਰਹਮਦਾਸ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਨਮਸਕਾਰ ਕੀਤੀ। ਹਿਰਦੈ ਦਵੈਤ ਮਤ ਰਹਿ ਗਈ ਭੀਨੇ, ਜਿਹੜੀ ਹਿਰਦੇ ਵਿੱਚ ਦਵੈਤ ਵਾਲੀ ਮਤ ਬੁੱਧੀ ਸੀ ਉਹ ਤੇ ਐਵੇਂ ਭਿੱਜੀ ਰਹਿ ਗਈ, ਲੀਨ ਹੋ ਗਈ, ਪਾਉ ਖਤਮ ਹੋ ਗਈ ਹੈ। ਅੰਤਰ ਜਾਮੀ ਜਾਣੀ ਔਰ ਕੀ, ਸਮਝ ਗਿਆ ਵੀ ਗੁਰੂ ਨਾਨਕ ਦੇਵ ਜੀ ਅੰਤਰਜਾਮੀ ਹੈ, ਦਿਲਾਂ ਦੀਆਂ ਜਾਣਨ ਵਾਲੇ, ਮੇਰੇ ਹਿਰਦੇ ਦੀ ਸਾਰੀ ਗੱਲ ਜਾਣੀ ਹੈ। ਰਸ ਕੋ ਤਾਪ ਸਹਿ ਸਤਿਗੁਰ ਕੀ, ਕਹਿੰਦਾ ਵੀ ਮਨਾ ਐਸੇ ਸਤਿਗੁਰਾਂ ਦੀ ਕਿਹੜਾ ਜਿਹੜਾ ਤਾਕਤ ਨੂੰ ਸਹਿ ਸਕਦਾ ਹੈ, ਤੇ ਅਨੰਤ ਕਲਾਲ ਠਾਕਰ ਚੜਿਆ ਆਇਆ ਹੋਇਆ ਪਰਮੇਸ਼ਰ। ਕਹਿਓ ਬਚਨ ਪੰਡਿਤ ਕਿਤ ਜਾਵੋ, ਗੁਰੂ ਸਾਹਿਬ ਜੀ ਕਹਿਣ ਲੱਗੇ ਹੇ ਪੰਡਿਤਾ ਬ੍ਰਹਮਦਾਸ ਤੂੰ ਵੀ ਕਿਧਰੇ ਪਾਸੇ ਹੁਣ ਚਲਿਆ ਜਾ, ਆਪਣਾ ਗੁਰੂ ਕਰੋ ਜਿਤ ਪਾਵੋ, ਆਪਣਾ ਜਿੱਧਰ ਵੀ ਤੂੰ ਪਾਵੇਂ ਉਧਰ ਹੀ ਆਪਣਾ ਜਿਹੜਾ ਗੁਰੂ ਹੈ ਉਹਨੂੰ ਤੂੰ ਬਣਾ ਲੈਣਾ ਕਰ ਉਪਦੇਸ਼ ਲੈ ਕੇ। ਸੁਨਹਾ ਸੰਤ ਅਬ ਕਹਿ ਠਾ ਜਾਈ, ਇਹ ਕਹਿਣ ਲੱਗਾ ਹੈ ਸੰਤ ਜੀ ਮੇਰਾ ਗਰੀਬ ਦਾ ਬਚਨ ਸੁਣੋ, ਮੈਂ ਹੁਣ ਕਿਸ ਥਾਂ ਜਾਵਾਂ ਜੀ। ਗੁਰੂ ਕਰੋ ਤੁਮ ਦੇਹੋ ਬਤਾਈ, ਤੁਸੀਂ ਮੈਨੂੰ ਦੱਸ ਦਿਓ ਮੈਂ ਵੀ ਕਿਹੜਾ ਆਪਣਾ ਗੁਰੂ ਕਰਾਂ। ਸੁਨ ਪੁਨ ਬੋਲੇ ਕਿਰਪਾ ਨਿਧਾਨਾ, ਪੰਡਿਤ ਤੋਂ ਸੁਣ ਕੇ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਸੋਹਣੇ ਬਚਨ ਬੋਲੇ ਐ। ਇਤ ਦਿਸ ਜਾਹੋ ਬੜੀ ਉਦਿਆਨਾ, ਮਹਾਰਾਜ ਕਹਿਣ ਲੱਗੇ ਪੰਡਿਤਾ ਆ ਇੱਧਰਲੀ ਤਰਫ ਤੂੰ ਚਲਿਆ ਜਾ ਜਿੱਧਰ ਬੜੀ ਤਗੜੀ ਉਜਾੜੀ ਉਜਾੜ ਹੈ। ਬੈਠੇ ਸੰਤ ਚਾਰ ਤਿਹ ਥਾਈ, ਉਸ ਥਾਂ ਜਿਹੜੇ ਸਵਾਸ ਸਿਮਰਨ ਕਰਨ ਵਾਲੇ 4 ਸੰਤ ਜਿਹੜੇ ਉਹ ਬੈਠੇ ਹੋਏ ਐ। ਤਿਨ ਪੁੱਛੋ ਸੋ ਦੇਹ ਬਤਾਈ, ਤੂੰ ਉਹਨਾਂ ਸੰਤਾਂ ਨੂੰ ਜਾ ਕੇ ਪੁੱਛ ਲਾ ਵੀ ਮੈਂ ਗੁਰੂ ਧਾਰਨ ਕਰਨਾ ਹੈ ਸੰਤ ਜੀ, ਤੇ ਤੁਸੀਂ ਮੈਨੂੰ ਦੱਸ ਦਿਓ ਵੀ ਮੇਰਾ ਗੁਰੂ ਕਿੱਥੇ ਹੈ। ਤਬ ਪੰਡਿਤ ਗਮਨਿਓ ਤਿਸ ਪਾਸਾ,
ਤਿਨ ਪੁੱਛੋ ਸੋ ਦੇਹ ਬਤਾਈ। ਤੂੰ ਉਹਨਾਂ ਨੂੰ ਪੁੱਛ ਲਾ ਵੀ ਮੈਂ ਗੁਰੂ ਧਾਰਨ ਕਰਨਾ, ਉਹ ਤੈਨੂੰ ਆਪੇ ਦੱਸ ਦੇਣਗੇ ਵੀ ਤੇਰਾ ਗੁਰੂ ਕਿੱਥੇ ਹੈ। ਤਬ ਪੰਡਿਤ ਗਵਨਿਓ ਤਿਸ ਪਾਸਾ। ਤਦੋਂ ਜਿਹੜਾ ਪੰਡਿਤ ਹੈ ਉਹਨਾਂ ਚਾਰੇ ਸੰਤਾਂ ਦੇ ਪਾਸ ਚਲਿਆ ਗਿਆ। ਦੇਖੇ ਜਾਏ ਸੰਤ ਸੁਖ ਰਾਸਾ। ਸੁੱਖਾਂ ਦੇ ਖਜ਼ਾਨਾ ਰੂਪ ਇਹ ਸੰਤ ਜਾ ਦੇਖੇ ਇਸਨੇ। ਕਹੀ ਹਕੀਕਤ ਬੰਧਨ ਕਰਕਾ। ਤੇ ਨਮਸਕਾਰ ਕਰਕੇ ਨਾ ਸੰਤਾਂ ਨੂੰ ਆਪਣੀ ਜਿਹੜੀ ਹਕੀਕਤ ਹੈ, ਜਿਹੜੀ ਸੱਚੀ ਸੁੱਚੀ ਕਹਾਣੀ ਹੈ, ਕਥਾ ਆਪਣੀ ਗੱਲ ਕਹੀ ਹੈ। ਦੁਬਿਧਾ ਰਹਿਓ ਹਿਰਦੇ ਮਹਿ ਭਰ ਕਾ। ਕਹਿੰਦਾ ਹੈ ਸੰਤੋ ਮੈਂ ਤੇ ਹਿਰਦੇ ਵਿੱਚ ਐਵੇਂ ਦੁਚਿੱਤਾਪਣ ਭਰ ਕੇ ਹਮੇਸ਼ਾ ਰਹਿਆ ਹਾਂ। ਬੋਲੇ ਸੰਤ ਜਾਨ ਤਿਹ ਹੇਤਾ। ਇਹ ਜਿਹੜੇ ਸੰਤ ਹੈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੇ ਇੰਦਰ ਦੇਵਤਾ, ਇਹ ਚਾਰੋਂ ਜਾਣੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਤੇ ਉੱਥੇ ਬੈਠੇ ਹੋਏ ਸਨ ਗੁਰੂ ਜੀ ਦੀ ਆਗਿਆ ਨਾਲ। ਇਸ ਕਰਕੇ ਸੰਤ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੇ ਇੰਦਰ ਦੇਵਤਾ ਸਨ। ਤੇ ਇਹ ਸੰਤਾਂ ਨੇ ਇਹ ਬ੍ਰਹਮਦਾਸ ਦਾ ਹੇਤ ਜਾਣ ਕੇ ਵੀ ਇਹਦਾ ਕਿੱਥੇ ਪਿਆਰ ਹੈ ਜ਼ਿਆਦਾ, ਐਵੇਂ ਜਾਣ ਕੇ ਬੋਲੇ ਐ। ਤਬ ਗੁਰ ਆਗੇ ਬੀਚਨ ਕੇਤਾ। ਕਹਿੰਦੇ ਐ ਵੀ ਦੁਬਾਰਾ ਪਾਠ। ਤਬ ਗੁਰ ਆਗੇ ਬੀਚਨ ਕੇਤਾ। ਕਹਿਣ ਲੱਗੇ ਵੀ ਤੇਰਾ ਜਿਹੜਾ ਗੁਰੂ ਆ ਨਾ, ਆ ਅਗਲੇ ਪਾਸੇ ਜਿਹੜਾ ਮੰਦਿਰ ਮਕਾਨ ਹੈ ਨਾ, ਘਰ ਬਣਿਆ ਹੋਇਆ, ਇੱਥੇ ਅੱਗੇ ਬੈਠੇ ਹੋਏ ਤੇਰੇ ਗੁਰੂ। ਨਿਸ ਦਿਨ ਜਾ ਮਹਿ ਰਹਿ ਹਿਤ ਧਾਰੀ। ਰਾਤ ਦਿਨ ਜਿਸ ਆਪਣੇ ਗੁਰੂ ਵਿੱਚ ਤੂੰ ਪ੍ਰੇਮ ਧਾਰ ਕੇ ਰੱਖਦਾ, ਇੱਕ ਮਿੰਟ ਪਾਣੀ ਵੀ ਨਹੀਂ ਪੀਂਦਾ ਜਿਹਦੇ ਬਿਨਾ। ਕਰਹੁ ਗੁਰੂ ਤਿਹ ਜਾਏ ਅਗਾਰੀ। ਤੇ ਤੂੰ ਵੀ ਉੱਥੇ ਜਾ ਕੇ ਅੱਗੇ ਤੇ ਆਪਣੇ ਗੁਰੂ ਨੂੰ ਧਾਰਨ ਕਰ ਲਾ। ਸੋਨ ਪੰਡਿਤ ਆਗਾ ਜਬ ਗਇਓ। ਸੁਣ ਕੇ ਇਹ ਬ੍ਰਹਮਦਾਸ ਪੰਡਿਤ ਜਦੋਂ ਅੱਗੇ ਉਹ ਮੰਦਰ ਵਿੱਚ ਮਕਾਨ ਵਿੱਚ ਗਿਆ ਹੈ। ਇੱਕ ਮੰਦਰ ਤਬ ਦੇਖਤ ਭਇਓ। ਇੱਕ ਜਿਹੜਾ ਮੰਦਰ ਸੋਹਣਾ ਬਣਿਆ ਹੋਇਆ ਮਕਾਨ ਦੇਖਣ ਲੱਗਾ। ਤਿਹ ਮਹਿ ਦੇਖੀ ਸੁੰਦਰ ਨਾਰੀ। ਜਦੋਂ ਇਹਨੇ ਦਰਵਾਜ਼ਾ ਜਾ ਖੋਲ੍ਹਿਆ ਤੇ ਉਸ ਮੰਦਰ ਵਿੱਚ ਇੱਕ ਬੜੀ ਸੋਹਣੀ ਜਿਹੜੀ ਬਣੀ ਠਣੀ ਹੋਈ ਇਸਤਰੀ ਦੇਖੀ ਹੈ। ਭੂਖਨ ਕੇਰ ਸਿੰਗਾਰ ਸਿੰਗਾਰੀ। ਜੋ ਉਹ ਇਸਤਰੀ ਗਹਿਣਿਆਂ ਦੇ ਨਾਲ ਸ਼ਿੰਗਾਰ ਕਰਕੇ ਸ਼ਿੰਗਾਰੀ ਹੋਈ, ਭਰੀ ਹੋਈ ਗਹਿਣਿਆਂ ਨਾਲ। ਵਸਤਰ ਕਸੁੰਬੀ ਪਹਿਰੇ ਸਾਰੇ। ਜਿਸ ਇਸਤਰੀ ਨੇ ਸਾਰੇ ਜਿਹੜੇ ਵਸਤਰ ਹੈ ਲਾਲ ਰੰਗ ਦੇ ਪਹਿਨੇ ਹੋਏ, ਚਮਕੀਲੇ ਭੜਕੀਲੇ ਜੇ। ਖਿਲਤ ਕੇਲੀ ਅਨੰਦ ਮਝਾਰੇ। ਐਵੇਂ ਇਕੱਲੀ ਉਹ ਮਕਾਨ ਵਿੱਚ ਆਪਣੇ ਆਨੰਦ ਵਿੱਚ ਆ ਕੇ ਖੇਡ ਰਹੀ, ਨੱਚ ਟੱਪ ਰਹੀ ਹੈ। ਪੰਡਿਤ ਹਿਰਦੈ ਆਸਨ ਮਾਨੀ। ਪੰਡਿਤ ਨੇ ਵੇਖ ਕੇ ਹਿਰਦੇ ਵਿੱਚ ਤੇ ਐਸੀ ਐਵੇਂ ਅਨੁਮਾਨ ਜਿਹਾ ਲਾਇਆ, ਐਵੇਂ ਸੋਚਿਆ ਸ਼ਕਤਵਾਨ ਇਹ ਆਸ ਪਹਿਚਾਨੀ। ਇਸ ਤਰ੍ਹਾਂ ਪਹਿਚਾਨਿਆ, ਕਹਿੰਦਾ ਵੀ ਅੱਜ ਉਹ ਨੱਚ ਰਹੀ ਹੈ ਮੌਜ ਨਾਲ, ਇਹ ਬੜੀ ਤਗੜੀ ਸ਼ਕਤੀ ਵਾਲੀ ਕੋਈ ਤਾਕਤ ਹੀ ਲੱਗਦੀ ਮੈਨੂੰ। ਸਿਰ ਨਿਵਾਏ ਜਬ ਬੰਧਨ ਕੀਨੀ। ਜਦੋਂ ਇਹ ਬ੍ਰਹਮਦਾਸ ਪੰਡਿਤ ਨੇ ਆਪਣਾ ਸਿਰ ਜਾ ਨਵਾ ਕੇ ਨਮਸਕਾਰ ਕੀਤੀ, ਮੱਥਾ ਟੇਕਿਆ, ਤਿਹ ਪਨਹੀ ਇਹ ਕੇ ਸਿਰ ਦੀਨੇ। ਉਸ ਜਿਹੜੀ ਇਸਤਰੀ ਨੇ ਇੱਕ ਜੁੱਤੀ ਲਾ ਕੇ ਉਸੇ ਵੇਲੇ ਦੇ ਸਿਰ ਵਿੱਚ ਤਾੜ ਤਾੜ ਕਰਦੀ ਦਿੱਤੀ ਮਾਰੀ ਹੈ। ਤਿਹ ਉਪਰ ਵਸ ਚਲਤ ਨਾ ਕੋ। ਇਹ ਪੰਡਿਤ ਦਾ ਉਹਦੇ ਮਾਈ ਦੇ ਉੱਪਰ ਕੋਈ ਵਾਸਤੇ ਚੱਲਦਾ ਨਹੀਂ, ਕਿਉਂਕਿ ਉਹ ਤਗੜੀ ਹੈ, ਮਾੜਾ ਹੈ। ਹਟਿਓ ਬਸੂਰਤ ਪਾਸ਼ੇ ਸੋ। ਬੜਾ ਝੂਰਦਾ ਆਇਆ, ਪਿੱਛੇ ਨੂੰ ਮੁੜਿਆ, ਮਹਾਂ ਹੀ ਜਾਨ ਛਡਾਈ ਆਪਣੀ। ਸੰਤਨ ਕੇ ਸਮੀਪ ਜਬ ਆਇਓ। ਜਦੋਂ ਹੀ ਉੱਥੋਂ ਵਿਚਾਰਾ ਸਿਰ ਜਾ ਮਲਦਾ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇੰਦਰ ਸੰਤ ਜੋ ਬਣੇ ਬੈਠੇ ਸੀ, ਇਹਨਾਂ ਪਾਸ ਆਇਆ। ਹਸੇ ਬਿਲੋਕਤ ਬਚਨ ਅਲਾਇਓ। ਬੜੇ ਉਹ ਜਿਹੜੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੇ ਇੰਦਰ ਜੋ ਸੰਤ ਬਣੇ ਬੈਠੇ ਸੀ, ਇਹਨੂੰ ਵੇਖਦਿਆਂ ਹੀ ਤਾੜੀ ਮਾਰ ਕੇ ਹੱਸੇ ਦੇ ਬਚਨ ਕਿਹਾ, ਕਿਉਂ ਤੂਰਨ ਤੋਂ ਮੁਰਕ ਆਵਾ। ਉਹ ਪੰਡਿਤਾ ਤੂੰ ਵੀ ਹੁਣੇ ਹੁਣੇ ਗਿਆ, ਕਿਉਂ ਇੰਨੀ ਛੇਤੀ ਮੁੜ ਕੇ ਵਾਪਸ ਆ ਗਿਆ ਹੈ? ਕਿਉ ਗੁਰੂ ਕਾ ਤੋਹੇ ਨਾ ਪਾਵਾ। ਕਿ ਤੂੰ ਉਪਦੇਸ਼ ਲੈ ਕੇ ਗੁਰੂ ਧਾਰਨ ਕੀਤਾ ਕਿ ਜਾਂ ਨਗੁਰਾ ਹੀ ਰਹਿ ਗਿਆ, ਮੰਤਰ ਲਿਆ ਹੀ ਨਹੀਂ ਆ? ਪੰਡਿਤ ਲਜਤ ਬੋਲਿਓ ਬਾਣੀ। ਇਹ ਵਿਚਾਰਾ ਹੁਣ ਕੀ ਦੱਸੇ, ਪੰਡਿਤ ਤੇ ਸ਼ਰਮਿੰਦਾ ਹੋਇਆ ਵਿਚਾਰਾ ਬੋਲਿਆ। ਤਿਹ
ਘਰ ਮਹਿ ਇੱਕ ਨਾਰ ਮਹਾਨੀ। ਐ ਸੰਤੋ ਕਿੱਧਰ ਦੱਸ ਦਿੱਤਾ ਤੁਸੀਂ ਮੈਨੂੰ, ਉਹ ਘਰ ਵਿੱਚ ਤੇ ਇੱਕ ਬੜੀ ਭੈੜੀ ਇਸਤਰੀ ਰਹਿੰਦੀ ਆ। ਕਰੂਰ ਸੁਭਾਵ ਇਹ ਜਿਸ ਕੇਰਾ। ਉਹਦਾ ਤੇ ਬੜਾ ਭੈੜਾ ਸੁਭਾਅ ਹੈ ਤੇ ਉਹਦੇ ਬਹੁਤ ਜ਼ਬਰਦਸਤ ਹੈ ਮਾਰਨ ਵਿੱਚ। ਬੇਮੁਹਤਾਜ ਮਾਨ ਕਨੇਰਾ। ਐ ਸੰਤੋ ਦੇ ਬੜੀ ਹੰਕਾਰਨ ਹੈ, ਬੇਮੁਤਾਜ ਬੇਪਰਵਾਹ ਜਮਾਈ। ਸੁਨ ਸੰਤਨ ਪੁਨ ਬੈਨ ਅਲਾਇਓ। ਸੁਣ ਕੇ ਸੰਤਾਂ ਨੇ ਨਾ ਬਚਨ ਕਿਹਾ। ਸੋ ਗੁਰ ਤਵ ਜਿਹ ਮਨ ਲਾਇਓ। ਕਹਿੰਦੇ ਪੰਡਤਾਂ ਨੇ ਭੁਲੇਖਾ ਨਾ ਕਰ, ਜਿਸ ਵਿੱਚ ਤੂੰ ਮਨ ਲਾਇਆ ਨਾ ਰਾਤ ਦਿਨ ਜਿਹੜੇ ਮਾਇਆ ਵਿੱਚ, ਕਹਿੰਦੇ ਉਹੀਓ ਤੇਰਾ ਗੁਰੂ ਆ ਇਹ। ਨਿਸ਼ਾਦ ਉਸ ਜਿਹ ਕੀ ਲਿਵ ਉਰਮੈ। ਰਾਤ ਦਿਨ ਜਿਹਦੀ ਹਿਰਦੇ ਵਿੱਚ ਤੂੰ ਲਿਵ ਲਾਈ ਰੱਖਦਾ, ਸੌਂਦਾ ਨੀਗਾ। ਲਖੀਐ ਸੋ ਲਖਮੀ ਤਿਹ ਘਰ ਮੈਂ। ਉਸ ਮੰਦਰ ਮਕਾਨ ਦੇ ਵਿੱਚ ਉਹ ਲਖਮੀ ਕਹੀਏ ਮਾਇਆ ਹੀ ਜਾਣਦਾ ਤੇਰਾ ਗੁਰੂ ਆ ਉਹ, ਇਹਦੇ ਵਿੱਚ ਤੂੰ ਮਰਦਾ ਰਹਿੰਦਾ ਰਾਤ ਦਿਨ। ਜਿਹ ਕੋ ਪਾਏ ਨਹੀਂ ਤ੍ਰਿਪਤਾਨਾ। ਜਿਸ ਨੂੰ ਪਾ ਕੇ ਤੂੰ ਰੱਜਦਾ ਹੀ ਨਹੀਂ ਹੈ। ਤ੍ਰਿਸ਼ਨਾ ਅਧਿਕ ਹੈ ਅਧਿਕ ਬਧਾਨਾ। ਸਗੋਂ ਜਿਹੜੀ ਤ੍ਰਿਸ਼ਨਾ ਬਹੁਤ ਹੀ ਤੋਂ ਬਹੁਤ ਹੀ ਵਧਾਉਣਾ ਹੈ ਵੀ ਹੋਰ ਆਜੇ ਮਾਇਆ, ਹੋਰ ਆਜੇ ਮਾਇਆ, ਉਹੀ ਹੋਇਆ ਤੇਰਾ ਗੁਰੂ ਇਹ। ਸ੍ਰੀ ਨਾਨਕ ਗਤ ਦਾ ਕੋ ਤਿਆਗੀ। ਉਹ ਪੰਡਤਾ ਗੁਰੂ ਨਾਨਕ ਦੇਵ ਜੋ ਮੁਕਤੀ ਦੇਣ ਵਾਲੇ, ਉਹਨਾਂ ਨੂੰ ਛੱਡ ਕੇ ਭਰਮਤ ਫਿਰਤ ਅਪਰ ਅਨਰਾਗੀ। ਐਵੇਂ ਭਰਮ ਦਾ ਫਿਰਦਾ, ਹੋਰਾਂ ਦਾ ਪ੍ਰੇਮੀ ਪਿਆਰਾ ਹੋ ਕੇ ਤੇ ਜੁੱਤੀਆਂ ਖਾ ਕੇ ਵਾਪਸ ਆ ਗਿਆ ਹੈ। ਜਾਏ ਸ਼ਿਮਾ ਪਨ ਕੋ ਕਰਵਾਵਹੁ। ਹੁਣ ਕਹਿੰਦੇ ਅਸੀਂ ਤੂੰ ਬਾਜ ਵਾਪਸ ਚਲਿਆ ਜਾ, ਗੁਰੂ ਨਾਨਕ ਸਾਹਿਬ ਜੀ ਪਾਸ ਆਪਣੀਆਂ ਭੁੱਲਾਂ ਗਲਤੀਆਂ ਸਾਰਿਆਂ ਨੂੰ ਮਾਫ ਕਰਵਾ ਲਾ। ਸ਼ਰਧਾ ਧਰ ਅਡੋਲ ਮਨ ਲਾਵਹੁ। ਹਿਰਦੇ ਦੀ ਸ਼ਰਧਾ ਐਵੇਂ ਅਡੋਲ ਧਾਰ, ਮਨ ਨੂੰ ਲਾ ਵਿੱਚ। ਕਰਹੁ ਗੁਰੂ ਗਤ ਭੋਵਹਿ ਤੇਰੀ। ਜੇ ਤੂੰ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਧਾਰਨ ਕਰ ਲਵੇਂਗਾ, ਅਸੀਂ ਕਹਿੰਦੇ ਤੇਰੀ ਕਲਿਆਣ ਹੋ ਜਾਏਗੀ। ਬਹੁਰ ਨ ਪਾਵਹਿ ਜਗ ਮਹਿ ਫੇਰੀ। ਫਿਰ ਤੂੰ ਸੰਸਾਰ ਦੇ ਵਿੱਚ ਫੇਰ ਹੀ ਨਹੀਂ ਪਾਏਗਾ, ਜੰਮ ਕੇ ਆਏਗਾ ਨਹੀਂ, ਮਰ ਕੇ ਜਾਏਗਾ ਨਹੀਂ, ਕਿਉਂਕਿ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਗੁਰੂ ਦੇ ਦਰਸ਼ਨ ਕੀਤੇ ਹੀ ਤੇ ਜਿਹੜਾ ਜਨਮ ਮਨ ਕੱਟਿਆ ਜਾਂਦਾ, ਤੂੰ ਤੇ ਫਿਰ ਗੁਰੂ ਧਾਰਨ ਕਰਨਾ ਹੈ। ਸੁਨ ਪੰਡਿਤ ਸ਼ਰਧਾ ਧਰ ਪੂਰੀ। ਸੁਣ ਕੇ ਪੰਡਿਤ ਨੇ ਤੇਰੇ ਦੇ ਵਿੱਚ ਬਹੁਤ ਹੀ ਸ਼ਰਧਾ ਧਾਰੀ ਹੈ। ਆਨ ਲੀਨ ਪੰਕਜ ਪਦ ਧੂਰੀ। ਆਉਂਦਿਆਂ ਹੀ ਸਤਿਗੁਰ ਜੀ ਦੇ ਚਰਨ ਕਮਲਾਂ ਦੀ ਧੂੜੀ ਇਹਨੇ ਮੱਥੇ ਤੇ ਲੈ ਲਈ ਹੈ, ਲਾ ਲਈ ਹੈ। ਔਰ ਤੇ ਸਗਰੀ ਦਵੈਤ ਵਿਸਾਰੀ। ਹਿਰਦੇ ਵਿੱਚੋਂ ਸਾਰੀ ਜਿਹੜੀ ਦਵੈਤ ਪਾਪ ਭੁਲਾ ਦਿੱਤੀ ਵੀ ਮੈਂ ਕੋਈ ਪੜ੍ਹਿਆ ਲਿਖਿਆ ਵਿਦਵਾਨ ਨਹੀਂਗਾ। ਬਾਹੁਲ ਲੈਨ ਭਇਓ ਅਧਿਕਾਰੀ। ਤੇ ਮਹਾਰਾਜ ਜੀ ਦੇ ਚਰਨਾਂ ਦੀ ਪੌਲ ਲੈਣ ਦਾ ਅਧਿਕਾਰੀ ਹੋ ਗਿਆ। ਕਿੱਥੇ ਅਨ ਅਧਿਕਾਰੀ ਸੀ, ਕਿੱਥੇ ਅਧਿਕਾਰੀ ਹੋ ਗਿਆ, ਗੁਰੂ ਕਾ ਸਿੱਖ ਬਣ ਗਿਆ ਜਗਿਆਸੂ। ਸ੍ਰੀ ਗੁਰ ਕਰ ਇਉ ਦੁਰਮਤ ਦੂਰੀ। ਸਤਿਗੁਰੂ ਮਹਾਰਾਜ ਜੀ ਨੇ ਚੋਜ ਜਾ ਕਰਕੇ ਤੇ ਇਹਦੀ ਖੋਟੀ ਮਤ ਦੂਰ ਕਰ ਦਿੱਤੀ ਹੈ। ਦੇਤ ਭਏ ਪਦ ਪਾਹੁਲ ਰੂਰੀ। ਸੋਹਣੀ ਜਿਹੜੀ ਪਵਿੱਤਰ ਚਰਨ ਕਮਲਾਂ ਦੀ ਪੌਲ ਹੈ, ਅੰਮ੍ਰਿਤ ਹੈ, ਉਹ ਇਹਨੂੰ ਦੇ ਦਿੱਤਾ ਹੈ। ਧਰਮਸ਼ਾਲਾ ਮਹਿ ਸੋ ਬੈਸਾਇਓ। ਐਵੇਂ ਗੁਰੂ ਜੀ ਨੇ ਚੋਜ ਕਰਕੇ ਜਿੱਥੇ ਦੇ ਉਹ ਮਾਇਆ ਨੇ ਛਿੱਤਰ ਜਾ ਮਾਰਿਆ ਸੀ ਨਾ ਸਿਰ ਦੇ ਵਿੱਚ, ਉਸੇ ਥਾਂ ਤੇ ਗੁਰੂ ਜੀ ਨੇ ਮਾਇਆ ਦਿਖਾ ਕੇ ਫਿਰ ਮਾਇਆ ਗੁਪਤ ਕਰਕੇ ਧਰਮਸ਼ਾਲਾ ਦੀ ਸੋਹਣੀ ਜਗ੍ਹਾ ਬਣਵਾਈ ਹੈ ਤੇ ਉਹਦੇ ਵਿੱਚ ਇਹਨੂੰ ਜਿਹੜਾ ਸਿੱਖ ਤਿਆਰ ਕਰਕੇ ਸੋਹਣਾ ਪ੍ਰਚਾਰਕ ਬਣਾ ਕੇ ਬਿਠਾ ਦਿੱਤਾ ਹੈ। ਨਾਮ ਦਾਨ ਇਸਨਾਨ ਦੜਾਇਓ। ਨਾਲ ਹੀ ਕਹਿ ਦਿੱਤਾ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਪੈਰ ਰਾਤ ਰਹਿੰਦਿਆਂ ਫਿਰ ਨਾਮ ਦੀ ਕਮਾਈ ਕਰਨੀ, ਧਰਮ ਦੀ ਕਿਰਤ ਕਰਕੇ ਦਾਨ ਕਰਨਾ। ਇਹ ਪੱਕਾ ਕਰਾਇਆ ਵੀ ਇੱਥੇ ਬਹਿ ਕੇ ਤੂੰ ਵੀ ਇਵੇਂ ਕਰਨਾ ਹੈ ਤੇ ਸਭ ਨੂੰ ਸਿੱਖਿਆ ਇਹੋ ਦੇਣੀ ਹੈ। ਸਿੱਖੀ ਮਗ ਮਹਿ ਬਹੁ ਨਰ ਆਏ। ਹੁਣ ਇਹਨੂੰ ਲੋਕ ਇਲਾਕੇ ਵਿੱਚ ਬਹੁਤ ਮੰਨਦੇ ਸਨ ਤੇ ਹੋਰ ਵੀ ਇੱਧਰ ਉੱਧਰ ਦੇ ਜਿਹੜੇ ਲੋਕ ਹੈ ਉਹ ਸਿੱਖੀ ਦੇ ਰਸਤੇ ਵਿੱਚ, ਭਾਵ ਭਗਤੀ ਦੇ ਰਸਤੇ ਵਿੱਚ ਬਹੁਤ ਪੁਰਸ਼ ਫਿਰ ਆਏ ਹੈ। ਸਿਮਰਹਿ ਸਤਿਗੁਰ ਕੋ ਲਿਵ ਲਾਏ। ਗੁਰੂ ਜੀ ਦੇ ਉਪਦੇਸ਼ ਅਨੁਸਾਰੀ ਹੋ ਕੇ ਮਨ ਦੀ ਲਿਵ ਲਾ ਕੇ ਸਤਿਨਾਮ ਵਾਹਿਗੁਰੂ ਨੂੰ ਸਿਮਰਦੇ ਹੈ। ਕਿਤਕ ਦਿਵਸ ਗੁਰ ਰਾਖਿਓ ਡੇਰਾ। ਕੁਝ ਕੁ ਦਿਨ ਗੁਰੂ ਜੀ ਨੇ ਇੱਥੇ ਡੇਰਾ ਕਰਕੇ ਰੱਖਿਆ, ਟਿਕਾਣਾ ਕਰਕੇ ਰੱਖਿਆ ਹੈ।
ਜਿੱਥੇ ਬ੍ਰਹਮਦਾਸ ਨੂੰ ਸਿੱਖਿਆ ਦਿੱਤੀ ਗੁਰਦੁਆਰਾ ਮਟਨ ਸਾਹਿਬ। ਭਾਉ ਭਗਤ ਵਿਸਤਾਰ ਕਨੇਰਾ। ਜੋ ਵਾਹਿਗੁਰੂ ਦੀ ਭਗਤੀ ਪ੍ਰੇਮ ਨਾਲ ਕਰਨੀ ਉਹਦਾ ਬਹੁਤਾ ਵਿਸਥਾਰ ਕੀਤਾ ਸਤਿਗੁਰੂ ਜੀ ਨੇ। ਤਹ ਤੇ ਵਿਦਾ ਹੋਏ ਬਰ ਆਈ। ਫਿਰ ਇੱਥੋਂ ਦੇ ਲੋਕਾਂ ਕੋਲੋਂ ਤੇ ਬ੍ਰਹਮਦਾਸ ਪੰਡਤ ਕੋਲੋਂ ਬੜੀ ਮੱਲੋ ਮੱਲੀ ਮਹਾਰਾਜ ਜੋਰੋ ਜੋਰੀ ਵਿਦਾ ਹੋਏ ਹੈ। ਅਪਰ ਥਾਨ ਗਮਨੇ ਜਗ ਸਾਈ। ਜਗਤ ਦੇ ਸਾਈਂ ਮਾਲਕ ਗੁਰੂ ਨਾਨਕ ਸਾਹਿਬ ਜੀ ਹੋਰ ਥਾਂ ਨੂੰ ਚੱਲੇ ਹੈ। ਅਨੇਕ ਨਰ ਨਕੋ ਕੀਨ ਉਦਾਰਾ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਜਿਨ੍ਹਾਂ ਸਤਿਗੁਰਾਂ ਨੇ ਅਨੇਕਾਂ ਹੀ ਪੁਰਸ਼ਾਂ ਭੁੱਲੇ ਭਟਕਿਆਂ ਦਾ ਉਧਾਰ ਕੀਤਾ ਹੈ। ਗਰਬਨ ਕੋ ਜਿਨ ਗਰਬ ਨਿਵਾਰਾ। ਜਿਨ੍ਹਾਂ ਸਤਿਗੁਰਾਂ ਨੇ ਹੰਕਾਰੀਆਂ ਦਾ ਨਾਸ ਦੂਰ ਹੰਕਾਰ ਦੂਰ ਕੀਤਾ ਹੈ, ਗਰਭ ਦੂਰ ਕੀਤਾ ਹੈ, ਵੱਡੇ ਵੱਡੇ ਹੰਕਾਰੀਆਂ ਨੂੰ ਗਾਲਿਆ ਹੈ। ਦੋਹਰਾ ਸਿੰਧ ਮਹਾਨਦ ਕੇ ਉਰੇ। ਐਵੇਂ ਬ੍ਰਹਮਦਾਸ ਪੰਡਤ ਦਾ ਇੱਥੇ ਪ੍ਰਸੰਗ ਸਮਾਪਤ ਹੁੰਦਾ ਹੈ। ਅੱਗੇ ਜਿਵੇਂ ਗੁਰੂ ਜੀ ਵਲੀ ਕੰਧਾਰ ਪੀਰ ਦੇ ਨਾਲ ਭੇਟ ਹੋਈ ਉਹ ਪ੍ਰਸੰਗ ਹੁਣ ਆਰੰਭ ਹੋ ਰਿਹਾ ਵੀ ਜੋ ਬੜਾ ਮਹਾਨ ਵੱਡਾ ਸਿੰਧ ਦਰਿਆ ਹੈ ਉਹਦੇ ਉਰੇ ਭਾਵ ਪੰਜਾਬ ਤੋਂ ਜਾਂਦਾ ਇੱਧਰਲੇ ਪਾਸੇ ਹੀ 25 ਕੋਸ ਪਰਥਾਨ। 25 ਕੁ ਕੋਹਾਂ ਦੇ ਉੱਪਰ ਇੱਕ ਸੋਹਣਾ ਥਾਂ ਹੈ ਸੀ। ਗਿਰ ਉੱਚੋ ਕੋਸਕ ਤਹਾ। ਜਿੱਥੇ ਪਹਾੜ ਬੜਾ ਉੱਚਾ ਹੈ ਤੇ ਜਿਹਦੀ ਉਚਾਈ ਕੋਕ ਭਰ ਦੀ ਚੜਾਈ ਹੈ। ਦੇਖਿਓ ਕਿਰਪਾ ਨਿਦਾਨ। ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਨੇ ਦੇਖਿਆ ਵੀ ਉੱਚਾ ਪਹਾੜ ਹੈ ਜਿਹਦੀ ਚੜਾਈ ਇੱਕ ਕੋਹ ਭਰ ਹੈ। ਚੌਪਾਈ ਤਰਵਰ ਹਰਤ ਤਰੇ ਥਲ ਮਸੁੰਦਰ। ਉਸ ਪਹਾੜ ਦੇ ਹੇਠਾਂ ਭਾਵ ਜੜ੍ਹਾਂ ਵਿੱਚ ਜਿਹੜੇ ਰੁੱਖ ਬ੍ਰਿਸ਼ ਬੜੇ ਹਰੇ ਹਰੇ ਬੜਾ ਸੋਹਣਾ ਥਾਂ ਹੈ। ਬੈਠੇ ਗੁਰੂ ਸਗਲ ਗੁਣ ਮੰਦਰ। ਸਾਰੇ ਗੁਣਾਂ ਦੇ ਮੰਦਰ ਮਕਾਨ ਭਾਵ ਸਾਰੇ ਗੁਣਾਂ ਵਿੱਚ ਭਰਪੂਰ ਗੁਰੂ ਸਾਹਿਬ ਜੀ ਉਹ ਪਹਾੜ ਦੇ ਹੇਠਾਂ ਜਿੱਥੇ ਬ੍ਰਿਸ਼ ਤੇ ਬੜੇ ਸੋਹਣੇ ਥਾਂ ਹਰੀ ਹਰੀ ਜਿਹੜੀ ਹਰਿਆਵਲ ਹੈ ਉੱਥੇ ਗੁਰੂ ਸਾਹਿਬ ਜੀ ਜਾ ਬੈਠੇ। ਸਹਿਜ ਸੁਭਾਇਕ ਕੇਤਕ ਕਾਲਾ। ਸੁੱਤੇ ਸੇਧੀ ਸਤਿਗੁਰੂ ਜੀ ਕੁਝ ਕੁ ਸਮਾਂ। ਬੀਤ ਗਇਓ ਤਿਸ ਥਾਨ ਕਿਰਪਾਲਾ। ਦਿਆਲੂ ਕਿਰਪਾਲੂ ਸਤਿਗੁਰੂ ਜੀ ਨੂੰ ਉਸੇ ਥਾਂ ਤੇ ਬੈਠਿਆਂ ਹੋਇਆ ਹੀ ਬੀਤ ਗਿਆ। ਮਰਦਾਨੇ ਕੋ ਜਲ ਕੀ ਚਾਹੋ। ਇੱਧਰ ਭਾਈ ਮਰਦਾਨੇ ਨੂੰ ਜਲ ਪੀਣ ਦੀ ਇੱਛਾ ਹੋਈ ਚਾਹਨਾ ਹੋਈ ਹੈ। ਭਇਓ ਤ੍ਰਿਖਾ ਤੁਰ ਕਹਿ ਗੁਰ ਪਾਹੂ। ਜਿਸ ਕਰਕੇ ਤੇਰੇ ਨਾਲ ਵਿਆਕਲ ਹੋਇਆ ਕਹਿਣ ਲੱਗਾ ਗੁਰੂ ਪਾਸ। ਹੇ ਪ੍ਰਭ ਇਹਾ ਨੀਰ ਨਹਿ ਨੇਰਾ। ਹੇ ਪ੍ਰਭੂ ਮਹਾਰਾਜ ਵੀ ਇੱਥੇ ਕਿਤੇ ਨੇੜੇ ਤੇੜੇ ਪਾਣੀ ਹੈ ਕਿ ਨਹੀਂ ਹੈ। ਕਰਨ ਪਾਨ ਕੀ ਇੱਛਾ ਮੇਰਾ। ਕਿਉਂਕਿ ਮੇਰੇ ਹਿਰਦੇ ਵਿੱਚ ਪਾਣੀ ਪੀਣ ਦੀ ਬਹੁਤ ਇੱਛਾ ਭਾਰੀ ਲੱਗੀ ਹੋਈ ਹੈ। ਰਾਵਰ ਕੋ ਸਭ ਗਿਆਤਾ ਹੈ। ਰਾਵਰ ਕੋ ਸਭ ਗਿਆਤਾ ਹੈ। ਕਿਉਂਕਿ ਮਹਾਰਾਜ ਆਪ ਅੰਤਰਜਾਮੀ ਹੋ ਜਿਸ ਕਰਕੇ ਆਪ ਜੀ ਨੂੰ ਸਭ ਤਰ੍ਹਾਂ ਨਾਲ ਸਮਝ ਹੈ ਗਿਆਤ ਹੈ ਪਤਾ ਹੈ ਵੀ ਕਿੱਥੇ ਕੀ ਹੈ। ਕਰਹੁ ਬਤਾਵਨ ਜਿਹ ਥਾਂ ਲਹੈ। ਮਹਾਰਾਜ ਜਿਸ ਤਾਂ ਤੁਸੀਂ ਜਾਣਦੇ ਹੋ ਉੱਥੇ ਮੈਨੂੰ ਦੱਸਣਾ ਕਰੋ। ਜੇ ਨੇਰਾ ਨਹਿ ਚਲਹੁ ਅਗਾਰੀ। ਜੇ ਮਹਾਰਾਜ ਇੱਥੇ ਨੇੜੇ ਤੇੜੇ ਜਾਲ ਨਹੀਂ ਹੈਗਾ ਤੇ ਆਪ ਕਿਉਂ ਇੱਥੇ ਬੈਠਣਾ ਆਪ ਅੱਗੇ ਚੱਲੋ ਜੀ। ਬੈਠੋ ਤਹ ਜਹ ਸੁੰਦਰ ਬਾਰੀ। ਉੱਥੇ ਜਾ ਕੇ ਬੈਠੋ ਜਿੱਥੇ ਬਹੁਤ ਸੁੰਦਰ ਜਲ ਦਾ ਝਰਨਾ ਵਹਿੰਦਾ ਹੋਵੇ। ਸ੍ਰੀ ਨਾਨਕ ਸੁਨ ਕਾ ਕਹਿ ਬਾਣੀ। ਗੁਰੂ ਨਾਨਕ ਸਾਹਿਬ ਜੀ ਇਵੇਂ ਭਾਈ ਮਰਦਾਨੇ ਤੋਂ ਸੁਣ ਕੇ ਬਾਣੀ ਬਚਨ ਕਹਿਣ ਲੱਗੇ। ਕਰਹੁ ਪਾਨ ਇਤ ਹੀ ਟਿਗ ਪਾਣੀ। ਮਹਾਰਾਜ ਕਹਿੰਦੇ ਮਰਦਾਨਿਆ ਇੱਥੇ ਕੋਲ ਹੀ ਨੇੜੇ ਹੀ ਆ ਪਾਣੀ ਉਹ ਤੂੰ ਪੀਣਾ ਕਰ। ਉੱਪਰ ਗਿਰ ਕੇ ਚੜਹੁ ਅਗਾਰੀ। ਆ ਸਾਹਮਣੇ ਜੋ ਉੱਚਾ ਸਾਰਾ ਪਹਾੜ ਹੈ ਇਹਦੇ ਵੀ ਤੂੰ ਸਾਹਮਣੇ ਸਿੱਧਾ ਸਿੱਧਾ ਚੜ ਜਾ। ਤਹ ਫਕੀਰ ਇੱਕ ਵਲੀ ਕੰਧਾਰੀ। ਉੱਥੇ ਇੱਕ ਫਕੀਰ ਹੈ ਵਲੀ ਕੰਧਾਰੀ ਕਿਉਂਕਿ ਇਹਦਾ ਦੇਹਾਂਤ ਵੀ ਅੰਤ ਸਮਾਂ ਵੀ ਕੰਧਾਰ ਵਿੱਚ ਹੀ ਹੋਇਆ ਸੀ। ਕੰਧਾਰ ਦਾ ਹੀ ਵਾਸੀ ਸੀ
ਕੰਧਾਰ ਦੇ ਇਲਾਕੇ ਦੇ ਹੋਣੇ ਕਰਕੇ ਕੰਧਾਰੀ ਹੈ। ਸ਼ਕਤੀਆਂ ਬੇਅੰਤ ਸਨ, ਬਹੁਤੀਆਂ ਸ਼ਕਤੀਆਂ ਕਰਕੇ ਵਲੀ ਸਨ, ਜਿਸ ਕਰਕੇ ਵਲੀ ਕੰਧਾਰੀ ਉਹ ਨਾਮ ਪਿਆ ਹੋਇਆ ਸੀ। ਉਂਝ ਇਹਨਾਂ ਦਾ ਨਾਮ ਹਸਨ ਅਬਦਾਲ ਹੈ ਸੀ। ਮਹਾਰਾਜ ਕਹਿੰਦੇ ਵੀ ਜੋ ਵਲੀ ਕੰਧਾਰੀ ਹਸਨ ਅਬਦਾਲ ਸੈਯਦ ਪੀਰ ਹੈ, ਉਹ ਇੱਥੋਂ ਦਾ ਇੱਕ ਫਕੀਰ ਹੈ। ਤਪ ਕੋ ਕਰਤ ਪ੍ਰੀਤ ਕੋ ਲਾਏ, ਬਹੁਤ ਪ੍ਰੇਮ ਨੂੰ ਲਾ ਕੇ ਉਹ ਤਪ ਕਰਦਾ ਪਿਆ ਹੈ ਪਰਮੇਸ਼ਰ ਖੁਦਾ ਦੇ ਸੰਬੰਧ ਵਿੱਚ। ਚਹ ਪਰਲੋਕ ਬਿਖਾ ਸੁਖ ਪਾਏ, ਕਿਉਂਕਿ ਉਹ ਚਾਹੁੰਦਾ ਹੈ ਵੀ ਜਦੋਂ ਮੈਂ ਮਰ ਜਾਵਾਂ ਪਰਲੋਕ ਵਿੱਚ ਜਾ ਕੇ ਬਹੁਤਾ ਸੁਖ ਪਾਵਾਂਗਾ। ਤੁਰਕ ਦੇਹ ਸਮਾ ਸੋ ਹੈ ਤੇਰੀ, ਉਹ ਵੀ ਜਿਹੜਾ ਤੁਰਕ ਮੁਸਲਮਾਨ ਹੈ ਤੇ ਮਰਦਾਨਿਆ ਤੇਰੀ ਵੀ ਜਿਹੜੀ ਦੇਹ ਤੁਰਕਾਂ ਵਰਗੀ ਹੈ, ਭਾਵ ਤੂੰ ਵੀ ਮੁਸਲਮਾਨ ਹੀ ਹੈ। ਕਰਹੁ ਜਾਚਨਾ ਤਹ ਜਲ ਕੇਰੀ, ਇਸ ਕਰਕੇ ਵੀ ਉੱਥੇ ਜਾ ਕੇ ਜਿਹੜੀ ਜਲ ਪੀਣ ਦੀ ਤੂੰ ਮੰਗ ਕਰ, ਜਲ ਉੱਥੇ ਜਾ ਕੇ ਮੰਗਣਾ ਕਰ ਲਾ। ਉਹ ਵੀ ਮੁਸਲਮਾਨ ਹੈ, ਤੂੰ ਵੀ ਮੁਸਲਮਾਨ ਹੈ, ਜਿਸ ਕਰਕੇ ਤੈਨੂੰ ਜਲ ਦੇ ਦੇਣਗੇ। ਕਰਕੇ ਪਾਨ ਆਏ ਹੈ ਜਾਵਦ, ਜਦੋਂ ਤੱਕ ਤੂੰ ਜਲ ਛਕ ਕੇ ਮਰਦਾਨਾ ਇੱਥੇ ਵਾਪਸ ਨਹੀਂ ਨਾ ਆ ਜਾਂਦਾ, ਇਸ ਤਰ ਤਰੇ ਟਿਕ ਹੈ ਹਮ ਤਾਵਦ, ਤਦੋਂ ਤੱਕ ਅਸੀਂ ਇਸੇ ਬ੍ਰਿਸ਼ ਦੇ ਹੇਠਾਂ ਜਿਹੜੇ ਟਿਕੇ ਰਵਾਂਗੇ, ਇੱਥੇ ਬੈਠੇ ਰਹਾਂਗੇ। ਸ੍ਰੀ ਗੁਰ ਤੇ ਸੁਨ ਕਰ ਤਬ ਚਾਲਾ, ਸ੍ਰੀ ਗੁਰੂ ਮਹਾਰਾਜ ਜੀ ਨੇ ਸ੍ਰੀ ਗੁਰੂ ਸਾਹਿਬ ਜੀ ਤੋਂ ਸੁਣ ਕਰਕੇ ਭਾਈ ਮਰਦਾਨਾ ਜੀ ਨੇ ਉਸੇ ਵੇਲੇ ਚਾਲਾ ਮਾਰ ਦਿੱਤਾ। ਗਿਰ ਪਰ ਜਹਾਂ ਪੀਰ ਕੀ ਸ਼ਾਲਾ, ਪਹਾੜ ਦੇ ਉੱਪਰ ਜਿੱਥੇ ਹਸਨ ਅਬਦਾਲ ਵਲੀ ਕੰਧਾਰੀ ਪੀਰ ਦੀ ਜਗ੍ਹਾ ਹੈ ਸੀ। ਸਨਾ ਸਨਾ ਚੱਲ ਕੈ ਮਰਦਾਨਾ, ਹੁਣ ਪਹਾੜ ਬਹੁਤ ਉੱਚਾ ਹੈ, ਜਿਸ ਕਰਕੇ ਭਾਈ ਮਰਦਾਨਾ ਹੌਲੀ ਹੌਲੀ ਚੱਲ ਕੇ ਕਰਿਓ ਬਿਲੋਕਨ ਕੋ ਸ਼ੁਭ ਥਾਨਾ, ਜੇ ਤੱਕਣਾ ਕੀਤਾ ਹੈ ਜਿੱਥੇ ਉਹ ਵਲੀ ਕੰਧਾਰੀ ਦਾ ਸੋਹਣਾ ਥਾਂ ਬਣਿਆ ਹੋਇਆ ਟਿਕਾਣਾ, ਵਲੀ ਕੰਧਾਰੀ ਬੈਠਿਓ ਜਹਾਂ, ਜਿੱਥੇ ਵਲੀ ਕੰਧਾਰੀ ਹਸਨ ਅਬਦਾਲ ਪੀਰ ਬੈਠਾ ਹੋਇਆ ਸੀ। ਰਾਖਿਓ ਨੀਰ ਰੋਕ ਕੁਛ ਤਹਾਂ, ਉੱਥੇ ਨੇ ਆਪਣੇ ਟਿਕਾਣੇ ਉੱਪਰ ਹੀ ਹਸਨ ਅਬਦਾਲ ਪੀਰ ਨੇ ਕੁਝ ਕੁ ਜੜ ਰੋਕ ਕੇ ਰੱਖਿਆ ਹੋਇਆ ਸੀ। 10-20 ਮੰਜੀਆਂ ਜਿੰਨਾ ਐਵੇਂ ਤਲਾਈ ਜੀ ਬਣਾਈ ਹੋਈ ਸੀ। ਕਰੀ ਬੰਦਗੀ ਹੈ ਕਰ ਤੀਰਾ, ਭਾਈ ਮਰਦਾਨਾ ਇਹ ਹਸਨ ਅਬਦਾਲ ਪੀਰ ਦੇ ਕੋਲ ਹੋ ਕੇ ਤੇ ਨਮਸਕਾਰ ਕੀਤੀ ਤੇ ਬੇਨਤੀ ਕੀਤੀ ਹੈ, ਮੁਝ ਕੋ ਤ੍ਰਿਖਾ ਦੇਹੋ ਜਲ ਤੀਰਾ, ਹੇ ਪੀਰ ਜੀ ਮੈਨੂੰ ਬਹੁਤ ਭੁੱਖ ਤੇ ਲੱਗੀ ਹੋਈ, ਇਸ ਕਰਕੇ ਛਕਣ ਵਾਸਤੇ ਜਲ ਦਿਓ ਜੀ। ਨਿਕਟ ਨਾ ਮੋਕੋ ਕਹਿ ਠਾਕ ਪਾਇਓ, ਕਿਉਂਕਿ ਮੈਂ ਇੱਥੇ ਨੇੜੇ ਤੇੜੇ ਜਿਹੜਾ ਕਿਸੇ ਵੀ ਥਾਂ ਜਲ ਨਹੀਂ ਪਾਇਆ ਹੈ। ਜਾਂ ਤੇ ਚੱਲ ਸੁਨ ਸੁਧ ਮੈਂ ਆਇਓ, ਤੁਹਾਡੇ ਪਾਸ ਜਲ ਹੈ ਇਹ ਖਬਰ ਸੁਣ ਕੇ ਮੈਂ ਇਸੇ ਵਾਸਤੇ ਚੱਲ ਕੇ ਆਇਆ ਹਾਂ। ਸੁਣ ਤਬ ਬੋਲਿਓ ਵਲੀ ਕੰਧਾਰੀ, ਸੁਣ ਕਰਕੇ ਇਹ ਵਲੀ ਕੰਧਾਰੀ ਹਸਨ ਅਬਦਾਲ ਪੀਰ ਸੈਯਦ ਬੋਲਿਆ, ਕੌਣ ਦੇਸ਼ ਤੇ ਤੂੰ ਤ੍ਰਿਖਾ ਭਾਰੀ, ਕਹਿੰਦਾ ਵੀ ਕਿਹੜਾ ਤੇਰਾ ਇਲਾਕਾ ਹੈ ਤੇ ਤੂੰ ਵੀ ਜਿਸ ਕਰਕੇ ਵੀ ਭਾਰੀ ਤੇਹ ਦਾ ਵਾਲਾ ਹੈ। ਇਹ ਏਕ ਲੋਕ ਕਹਿਤ ਸੰਗਾ, ਕਹਿੰਦਾ ਵੀ ਤੇਰਾ ਕਿਹੜਾ ਇਲਾਕਾ ਹੈ, ਫਿਰ ਤੈਨੂੰ ਬੜੀ ਭਾਰੀ ਤੇਹ ਲੱਗੀ ਹੈ ਵੀ ਕੌਣ ਹੈ ਤੂੰ। ਏਤ ਇਹ ਏਕ ਲੋਕ ਕਹਿ ਸੰਗਾ, ਤੂੰ ਵੀ ਇਕੱਲਾ ਹੀ ਆਇਆ ਹੋਇਆ ਕਿ ਜਾਂ ਤੇਰੇ ਨਾਲ ਹੋਰ ਵੀ ਹੈ। ਏਤ ਦਿਸ਼ ਆਇਓ ਕਿਉ ਇਸ ਢੰਗਾ, ਇਕੱਲਾ ਹੈ ਜਾਂ ਕਿਸੇ ਦੇ ਨਾਲ ਆਇਆ ਹੋਇਆ ਹੈ, ਫਿਰ ਇਸ ਇਲਾਕੇ ਦੀ ਤਰਫ ਤੂੰ ਕਿਉਂ ਆਇਆ ਹੋਇਆ ਹੈ, ਇਹ ਇਸ ਹਾਲ ਵਿੱਚ ਕਿਉਂ ਆਇਆ ਹੋਇਆ ਸਾਡੇ ਕੋਲ। ਮਰਦਾਨੇ ਸਭ ਕਹਿਓ ਬਿਰਤਾਂਤ, ਭਾਈ ਮਰਦਾਨੇ ਨੇ ਸਾਰਾ ਬਿਰਤਾਂਤ ਪ੍ਰਸੰਗ ਕਿਹਾ। ਤਬਾ ਗੁਰੂ ਨਾਨਕ ਬਖਿਆਤ, ਇਹ ਵਾਲੀ ਕੰਧਾਰੀ ਪੀਰ ਆ ਤੈਨੂੰ ਪਤਾ ਹੀ ਹੋਵੇਗਾ ਕਿ ਸੰਸਾਰ ਦੇ ਵਿੱਚ ਤਪਾ ਗੁਰੂ ਨਾਨਕ ਸਾਹਿਬ ਬਹੁਤ ਮਹਾਨ ਹੈ, ਜੋ ਸੰਸਾਰ ਵਿੱਚ ਬਹੁਤ ਪ੍ਰਗਟ ਹੋਏ ਪਏ ਹੈ। ਦੇਸ਼ ਪੰਜਾਬ ਲਖ ਹੈ ਸਭ ਕੋਈ, ਉਸ ਤਪੇ ਗੁਰੂ ਨਾਨਕ ਸਾਹਿਬ ਜੀ ਦਾ ਪੰਜਾਬ ਦਾ ਇਲਾਕਾ ਹੈ,
ਉਸ ਪੰਜਾਬ ਦੇ ਇਲਾਕੇ ਦੇ ਵੀ ਸਾਰੇ ਕੋਈ ਜਾਣਦੇ ਆ ਗੁਰੂ ਨਾਨਕ ਸਾਹਿਬ ਤਪੇ ਨੂੰ। ਵਿਚ ਰਹਿ ਜੇਤ ਕਿਤ ਥਲ ਅਵਲੋਈ। ਜਿੱਧਰ ਕਿਧਰ ਵੀ ਜਿੱਥੇ ਕਿਤੇ ਵੀ ਥਾਂ ਤੇ ਐਵੇਂ ਦੇਖਦੇ ਵਿਚਰਦੇ ਫਿਰਦੇ ਆ। ਮੌਜ ਦੇ ਮਾਲਕ ਹੈ, ਬੜੀ ਮੌਜ ਨਾਲ ਜਿੱਧਰ ਜੀ ਕਰਦਾ ਉੱਧਰ ਜਾਂਦੇ ਦੇਖਦੇ ਐ। ਹਿੰਦੂ ਤੁਰਕ ਸਰਬ ਕੋਈ ਮਨ ਹੈ। ਹਿੰਦੂ ਹੋਵੇ ਮੁਸਲਮਾਨ ਹੋਵੇ ਸਾਰੇ ਉਹਨਾਂ ਨੂੰ ਮੰਨਦੇ ਐ। ਇੱਕ ਗੁਰ ਕਹਿ ਇੱਕ ਪੀਰ ਬਖਾਨ ਹੈ। ਇੱਕ ਜਿਹੜੇ ਹਿੰਦੂ ਹੈ ਉਹ ਤੇ ਗੁਰੂ ਨਾਨਕ ਤਪਾ ਜੀ ਨੂੰ ਗੁਰੂ ਕਹਿੰਦੇ ਐ। ਜਿਹੜੇ ਮੁਸਲਮਾਨ ਉਹ ਪੀਰ ਕਹਿੰਦੇ ਹੈ। ਬੜ ਅਜ਼ਮਤੀ ਪਰ ਹੈ ਤਿਨ ਪਾਇਨਾ। ਇਹ ਬਲੀ ਕੰਧਾਰੀ ਹਸਨ ਅਬਦਾਲ ਪੀਰ ਜੋ ਗੁਰੂ ਨਾਨਕ ਸਾਹਿਬ ਤਪਾ ਹੈ ਨਾ, ਬੜੇ ਅਜ਼ਮਤੀ ਹੈ, ਬੜੇ ਸ਼ਕਤੀ ਤਾਕਤ ਵਾਲੇ, ਜਿਸ ਕਰਕੇ ਉਹਨਾਂ ਦੇ ਚਰਨਾਂ ਉੱਪਰ ਸਾਰੇ ਹਿੰਦੂ ਮੁਸਲਮਾਨ ਹੀ ਪੈਂਦੇ ਝੁਕਦੇ ਹੈ। ਤਰ ਤਰ ਹੈ ਅਗਾਰੀ ਬ੍ਰਿੰਦ ਉਪਾਇਨਾ। ਬਹੁਤੀਆਂ ਭੇਟਾਂ ਲਿਆ ਲਾ ਕੇ ਉਹਨਾਂ ਦੇ ਚਰਨਾਂ ਦੇ ਸਨਮੁਖ ਹੋ ਕੇ ਰੱਖਣਾ ਕਰਦੇ ਰੱਖਦੇ ਐ। ਇਨਕੇ ਸਾਂਗਰ ਬਾਬੀ ਮੈਂ ਹਾਂ। ਐਸੇ ਗੁਰੂ ਨਾਨਕ ਤਪੇ ਨਾਲ ਜਿਹੜਾ ਮੈਂ ਰਬਾਬੀ ਹਾਂ, ਕੀਰਤਨੀਆ ਹਾਂ, ਕੀਰਤਨ ਕਰਨ ਵਾਲਾ। ਸੁੰਦਰ ਸ਼ਬਦ ਗਾਵਨੇ ਕਹੋ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਆਗਿਆ ਹੁੰਦੀ ਹੈ ਸੋਹਣੇ ਜਿਹੜੇ ਸ਼ਬਦ ਗਾਉਣੇ ਕਰਦਾ ਹਾਂ। ਗਿਰ ਟਿਗ ਤੁਰ ਕੇ ਤਰ ਸੋ ਬੈਸੇ। ਐਸ ਵਕਤੋਂ ਗੁਰੂ ਨਾਨਕ ਤਪਾ ਇਸੇ ਪਹਾੜ ਦੇ ਕੋਲ ਹੀ ਇੱਕ ਪਹਾੜ ਦੀਆਂ ਜੜ੍ਹਾਂ ਦੇ ਹੇਠਾਂ ਇੱਕ ਬ੍ਰਿਸ਼ ਦੇ ਹੇਠਾਂ ਹੀ ਬੈਠੇ ਹੋਏ ਹੈ। ਦੇਹੋ ਜਾਲਮਾ ਪ੍ਰਸੰਗ ਹੈ ਐਸੇ। ਇਸ ਤਰ੍ਹਾਂ ਹੈ ਵੀ ਬਲੀ ਕੰਧਾਰੀ ਐਸਾ ਮੇਰਾ ਪ੍ਰਸੰਗ ਬਿਰਤਾਂਤ ਹੈ, ਹੁਣ ਮੈਨੂੰ ਤੂੰ ਜਲ ਦੇ ਦੇ ਪੀਣ ਨੂੰ। ਕੀਰਤ ਜਦ ਸ੍ਰੀ ਗੁਰੂ ਉਚਾਰੀ। ਜਦੋਂ ਹੀ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਵਡਿਆਈ ਭਾਈ ਮਰਦਾਨੇ ਨੇ ਬਹੁਤੀ ਕਰ ਦਿੱਤੀ ਹੈ। ਸਹਿ ਨਾ ਸਕਿਓ ਉਰ ਬਲੀ ਕੰਧਾਰੀ। ਇਹ ਬਲੀ ਕੰਧਾਰੀ ਹਸਨ ਅਬਦਾਲ ਪੀਰ ਆਪਣੇ ਹਿਰਦੇ ਵਿੱਚ ਸਹਿ ਨਹੀਂ ਸਕਿਆ, ਸਾੜੀ ਮਚ ਗਿਆ ਹੈ। ਜਿਮ ਦ੍ਰਿਗ ਦੁਖ ਤੇ ਸੰਕਟ ਪੈ। ਜਿਵੇਂ ਨੇਤਰਾਂ ਵਿੱਚ ਦੁੱਖ ਵਾਲਾ, ਜਿਹਦੇ ਨੇਤਰਾਂ ਵਿੱਚ ਦੁੱਖ ਹੋਵੇ ਕੋਈ, ਉਹ ਬੜਾ ਸੰਕਟ ਪਾਉਂਦਾ ਹੈ। ਦੀਪਕ ਦੀਪਤ ਨਹ ਦੀਪਕ ਦੀਪਤ ਨਹ ਨਾ ਸੁਹੈ। ਵੀ ਕੋਈ ਦੀਵੇ ਵਿੱਚ ਤੇਲ ਪਾ ਕੇ ਉਹਨੂੰ ਜਗਾ ਦੇਵੇ ਤੇ ਉਹ ਜਿਹਦੇ ਅੱਖਾਂ ਵਿੱਚ ਦੋਸ਼ ਹੈ, ਆ ਦੁੱਖ ਹੁੰਦਾ ਚਾਨਣ ਨਾਲ, ਉਹਨੂੰ ਜਿਵੇਂ ਚੰਗਾ ਨਹੀਂ ਨਾ ਲੱਗਦਾ ਚਾਨਣ। ਕਹਿ ਜੋ ਤਪਾ ਅਜ਼ਮਤੀ ਆਸੇ। ਇਸ ਤਰ੍ਹਾਂ ਵੀ ਔਖਾ ਜਿਹਾ ਹੋਇਆ, ਕਹਿਣ ਲੱਗਾ, ਕਹਿੰਦਾ ਵੀ ਉਹ ਮਰਦਾਨੇ ਐਸਾ ਜਿਹੜਾ ਤੂੰ ਵੀ ਅਜ਼ਮਤੀ ਗੁਰੂ ਨਾਨਕ ਤਪੇ ਨੂੰ ਕਹਿੰਦਾ ਹੈ। ਕਿਉਂ ਨਾ ਮੰਗਾਵਹਿ ਜਲ ਜਹ ਪਾਸੇ। ਜੇ ਉਹ ਏਡੇ ਅਜ਼ਮਤੀ ਤਾਕਤਾਂ ਵਾਲੇ ਤੇ ਜਿੱਥੇ ਬੈਠੇ ਹੋਏ, ਫਿਰ ਕਿਉਂ ਨਹੀਂ ਉਹ ਜਲ ਮੰਗਾ ਲੈਂਦੇ ਤੇਰੇ ਵਾਸਤੇ, ਕਿਉਂ ਨਹੀਂ ਉਹ ਕੱਢ ਲੈਂਦੇ ਜਲ। ਜਿਸ ਮਹ ਅਜ਼ਮਤ ਕਹਿ ਗਹੀਰ। ਜਿਨ੍ਹਾਂ ਵਿੱਚ ਤੂੰ ਬੜੀ ਤਗੜੀ ਤਾਕਤ ਡੂੰਘੀ ਕਹਿਣਾ ਵੀ ਬਹੁਤ ਸ਼ਕਤੀਆਂ ਦੇ ਮਾਲਕ ਹੈ ਮੇਰੇ ਤਪਾ ਗੁਰੂ ਨਾਨਕ। ਸੰਗੀ ਇਮ ਜਾਚਤ ਫਿਰ ਉਹ ਤੂੰ ਉਹਨਾਂ ਦਾ ਸੰਗੀ ਸਾਥੀ ਨਾਲ ਰਹਿਣ ਵਾਲਾ ਕੀਰਤਨੀਆ ਰਬਾਬੀਆਂ ਹੋਵੇਂ ਤੇ ਐਵੇਂ ਜਲ ਜਿਹੜਾ ਮੇਰੇ ਤੋਂ ਮੰਗਦਾ ਫਿਰਦਾ ਹੈ। ਉਚਿਤ ਤ੍ਰਿਖਾ ਤੁਰ ਕੋ ਜਲ ਦੇਣਾ। ਹਾਂ ਠੀਕ ਹੈ ਵੀ ਕੋਈ ਤੇਰੇ ਨਾਲ ਵਿਆਕਲ ਦੁਖੀ ਹੋਵੇ ਉਹਨੂੰ ਜਲ ਦੇਣਾ ਯੋਗ ਹੈ, ਪੁੰਨ ਹੁੰਦਾ ਹੈ। ਅਬ ਨਹ ਦਿਓ ਭਨੇ ਸੁਨ ਬੈਨਾ। ਆਹ ਸੁਣ ਲਾ ਮੇਰੇ ਬਚਨ ਕਹੇ ਹੋਏ, ਹੁਣ ਨਹੀਂ ਮੈਂ ਤੈਨੂੰ ਜਲ ਜੁਲ ਦੇਣਾ ਹੈ। ਜਿਨ੍ਹਾਂ ਦੀ ਵਡਿਆਈ ਕਰਦਾ ਪੀਲਾ ਜਾ ਕੇ ਉਹਨਾਂ ਕੋ ਠੰਡਾ ਜਾ। ਸੁਨ ਮਰਦਾਨਾ ਤਾਂ ਕੀ ਆਇਸ। ਐਵੇਂ ਭਾਈ ਮਰਦਾਨਾ ਦੇ ਸ਼ਾਂਤੀ ਨਾਲ ਹੀ ਬਲੀ ਕੰਧਾਰੀ ਦੀ ਆਗਿਆ ਸੁਣ ਕੇ ਸਕਲਾ ਆਪਨ ਬਿਰਤਾਂਤ ਬਤਾਇਸ। ਸਾਰਾ ਜਿਹੜਾ ਆਪਣਾ ਪ੍ਰਸੰਗ ਹੈ ਬਿਰਤਾਂਤ ਉਹ ਦੱਸਿਆ। ਰਾਵਰ ਕੋ ਜਸ ਸੁਨ ਦੁਖ ਮਾਹਾ। ਕਹਿ ਲੱਗਾ ਮਹਾਰਾਜ ਆਪ ਜੀ ਦਾ ਮੈਂ ਜਸ ਕੀਤਾ ਸੀ, ਉਹ ਪੀਰ ਅੱਗੇ ਜਾ ਕੇ ਆਪ ਜੀ ਦੇ ਜਸ ਨੂੰ ਸੁਣ ਕੇ ਬੜਾ ਔਖਾ ਦੁਖੀ ਹੋਇਆ। ਉਹ ਜਨ ਬਿਰਹਨ ਮਨ ਸਸ ਬਹੁਤਾ। ਮਾਨੋ ਕਿ ਜਿਵੇਂ ਕੋਈ ਵਿਛੋੜੇ ਵਾਲੀ ਇਸਤਰੀ ਦਾ ਮਨ ਚੰਦਰਮਾ ਨੂੰ ਵੇਖ ਕੇ ਬੜਾ ਸੜਦਾ ਮੱਚਦਾ ਦੁਖੀ ਹੁੰਦੀ ਹੈ। ਅਸ ਪੁਰਸ਼ੋਤਮ ਸੰਗ ਜੇਠਾਨਾ। ਤੇ ਉਹ ਕਹਿੰਦਾ ਵੀ ਉਹ ਤੂੰ ਮੇਰੇ ਕੋ ਕਾਹਨੂੰ ਆਇਆ ਹੈ, ਜੇ ਐਸਾ ਜਿਹੜਾ ਪੁਰਸ਼ਾਂ ਤੋਂ ਉੱਤਮ ਤੂੰ ਗੁਰੂ ਨਾਨਕ ਤਪੇ ਨੂੰ ਦੱਸਦਾ ਹੈ
ਉਹਨਾਂ ਦਾ ਜੇ ਤੂੰ ਸੰਗ ਕੀਤਾ ਨਾਲ ਰਿਹਾ ਹੈ, ਜਲ ਜਾਚਤ ਵਿਚਰਤ ਬਹੁ ਥਾਨਾ। ਫਿਰ ਬਹੁਤੀਆਂ ਥਾਵਾਂ ਤੇ ਨਾਲ ਤੂੰ ਵਿਚਰਦਾ, ਉਹਨਾਂ ਨਾਲ ਦੇ ਪਾਣੀ ਤੂੰ ਮੇਕੋ ਮੰਗਦਾ ਫਿਰਦਾ ਹੈ। ਕਿਉ ਨਾਨਕ ਆਸਹਿ ਨਿਕਟ ਸੋ ਨੀਰਾ। ਉਹ ਜਿਨ੍ਹਾਂ ਦੀ ਗੱਲ ਕਰਦਾ ਬੜੇ ਸ਼ਕਤੀਆਂ ਵਾਲੇ ਐ, ਉਹ ਵੀ ਪਾਣੀ ਜਿਹੜਾ ਆਪਣੇ ਕੋਲ ਕਿਉਂ ਨਹੀਂ ਕੱਢ ਲੈਂਦੇ ਤੇਰੇ ਲਈ। ਜੇ ਅਜ਼ਮਤ ਕਰ ਹੋਏ ਗਹੀਰਾ। ਜੇ ਵੀ ਉਹ ਬੜੇ ਸ਼ਕਤੀਆਂ ਕਰਕੇ ਬੜੇ ਗੈਰ ਗੰਭੀਰ ਬੜੇ ਤਗੜੇ ਤਾਕਤ ਵਾਲੇ ਐ। ਸ੍ਰੀ ਗੁਰੂ ਨਾਨਕ ਪੁਨ ਮੁਸਕਾਨੇ। ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਤੋਂ ਸੁਣ ਕੇ ਮੁਸਕਰਾਏ, ਹੱਸੇ ਐ ਥੋੜਾ ਥੋੜਾ। ਬਨਿਓ ਸੋ ਤਿਸਕੇ ਮਾਨ ਮਹਾਨੇ। ਬਚਨ ਕਿਹਾ ਭਾਈ ਮਰਦਾਨਾ, ਉਹ ਜਿਹੜਾ ਪੀਰ ਉੱਤੇ ਬੈਠਾ ਹੈ ਨਾ ਤਪ ਕਰਨ ਵਾਲਾ, ਉਹਦੇ ਮਨ ਵਿੱਚ ਬਹੁਤ ਹੰਕਾਰ ਹੋਇਆ ਪਿਆ ਹੈ ਤਪ ਦਾ। ਸਹ ਨਹ ਸਕਹਿ ਅਬਰ ਬਡਾਈ। ਜਿਸ ਆਪਣੇ ਤਪ ਕਰਕੇ ਵੀ ਮੈਂ ਹੀ ਤਪੀਆਂ, ਹੋਰ ਕੋਈ ਸੰਸਾਰ ਤੇ ਹੈ ਨਹੀਂ ਹੈ, ਹੋਰਾਂ ਦੀ ਉਹ ਵਡਿਆਈ ਸਹਾਰ ਨਹੀਂ ਸਕਦਾ ਹੈ। ਮਤ ਸਰ ਪਾਵਕ ਤੇ ਤਪਤਾਈ। ਕਿ ਕਾਹਦਾ ਉਹ ਤਪ ਕਰਦਾ, ਉਹ ਤੇ ਸਭ ਈਰਖਾ ਦੀ ਅੱਗ ਵਿੱਚ ਹੀ ਤਪ ਰਿਹਾ, ਮੱਚ ਰਿਹਾ ਪਹਿਲਾਂ ਹੀ। ਤੁਰਕ ਰੂਪ ਤੋਂ ਤਿਹ ਟਿਕ ਜਾਕਾ। ਫਿਰ ਵੀ ਮਰਦਾਨਿਆ ਤੂੰ ਤੁਰਕ ਰੂਪ ਹੈ, ਭਾਵ ਤੂੰ ਵੀ ਮੁਸਲਮਾਨ ਹੈ, ਉਹ ਵੀ ਮੁਸਲਮਾਨ ਹੈ, ਤੁਹਾਡੀ ਦੇ ਇੱਕੋ ਹੀ ਹੋ ਨਾ, ਇੱਕ ਜਾਤ ਦੇ ਤੇ ਹੈ। ਇਸ ਕਰਕੇ ਤੂੰ ਉਹਨਾਂ ਕੋਲ ਜਾ ਕੇ ਜਲ ਜਾਚਹ ਪੀਵਹੁ ਤ੍ਰਿਪਤਕ। ਐਵੇਂ ਬੇਨਤੀ ਜੀ ਕਰਕੇ ਜਲ ਮੰਗ ਲਾ ਤੇ ਪੀ ਕੇ ਰੱਜ ਪੁੱਜ ਜਾ ਤੇ ਮਟਾ ਲਾ। ਤੁਰਕ ਤੁਰਕ ਸੋ ਰਾਖਹਿ ਪਾਏ। ਕਿਉਂਕਿ ਜਿਹੜਾ ਮੁਸਲਮਾਨ ਹੈ ਉਹਦੇ ਮੁਸਲਮਾਨ ਨਾਲ ਤੇ ਪ੍ਰੇਮ ਰੱਖਦਾ ਹੀ ਹੈਗਾ ਹੈ ਨਾ। ਨਿਮਰ ਹੋਏ ਲੀਜਹ ਜਲ ਜਾਏ। ਕੋਈ ਨਹੀਂ, ਜੇ ਉਹ ਬੋਲਦਾ ਤਾਂ ਵੀ ਤੂੰ ਨਿਮਰਤਾ ਵਿੱਚ ਹੋ ਕੇ ਤੇ ਜਲ ਜਾ ਕੇ ਲੈ ਲੈ ਤੇ ਪੀ ਕੇ ਰੱਜ ਪੁੱਜ ਜਾ। ਗੁਰ ਆਏ ਸਤੇ ਪੁਨ ਮਰਦਾਨਾ। ਗੁਰੂ ਜੀ ਦੀ ਆਗਿਆ ਤੋਂ ਆਗਿਆ ਪਾ ਕੇ ਭਾਈ ਮਰਦਾਨਾ ਫੇਰ ਗਇਓ ਪੀਰ ਟਿਕ ਬਾਖ ਬਖਾਨਾ। ਹਸਨ ਅਬਦਾਲ ਸੈਯਦ ਬੜੇ ਕੰਧਾਰੀ ਪੀਰ ਦੇ ਕੋਲ ਚਲਿਆ ਗਿਆ। ਪਹਾੜ ਚੜ੍ਹ ਕੇ ਵਿਚਾਰਾ ਥੱਕਦਾ ਟੁੱਟਦੇ ਤੇ ਬਚਨ ਕਿਹਾ, ਪ੍ਰਾਨ ਦਾਨ ਕੋ ਫਲ ਜਕਾਈ। ਇਹ ਵਲੀ ਕੰਧਾਰੀ ਪੀਰ ਜੀ, ਤੁਹਾਨੂੰ ਪਤਾ ਹੈ ਨਾ ਪਾਣੀ ਕਿਸੇ ਨੂੰ ਦੇਣ ਦਾ ਬਹੁਤ ਫਲ ਹੁੰਦਾ, ਬਹੁਤ ਪੁੰਨ ਲੱਗਦਾ ਹੈ। ਇਹਾ ਨਾ ਟਿਕ ਹੈ ਪਿਖੀ ਸਥਾਈ। ਇੱਥੇ ਕਿਤੇ ਨੇੜੇ ਤੇੜੇ ਮੈਂ ਜਿਹੜਾ ਪਾਣੀ ਵੇਖਿਆ ਨਹੀਂ ਹੈ, ਸਾਰੀਆਂ ਥਾਵਾਂ ਵੇਖੀਆਂ, ਕਿਤੇ ਨੇੜੇ ਤੇੜੇ ਪਾਣੀ ਹੈ ਹੀ ਨਹੀਂ ਹੈ। ਸੁਨ ਕਰ ਕ੍ਰੋਧ ਹਟਾਏ ਸੋ ਫੇਰ। ਸੁਣ ਕੇ ਉਹਨੇ ਤੇ ਬੜਾ ਕ੍ਰੋਧ ਕੀਤਾ, ਫੇਰ ਜਿਹੜਾ ਹਟਾਇਆ ਮੋੜ ਕੇ ਭੇਜਿਆ ਵੀ ਚੱਲ ਜਾ ਇੱਥੋਂ ਮੇਰੇ ਥਾਂ ਤੋਂ। ਤੋਹੇ ਨਾ ਜਲ ਦੇਵੋ ਕਿਸ ਬੇਰ। ਕਹਿੰਦਾ ਵੀ ਕਿ ਤੂੰ ਫੇਰ ਆ ਗਿਆ ਓਏ, ਆ ਕਿਸੇ ਸਮੇਂ ਤੈਨੂੰ ਨਹੀਂ ਮੈਂ ਜਲ ਜੁਲ ਦੇਣਾ, ਜਿੱਥੋਂ ਪੀ ਜਿੱਥੇ ਸਿਫਤਾਂ ਕਰਦਾ। ਅਜ਼ਮਤ ਕੋ ਕਹਿ ਬਾਕ ਜਨਾਵਤ। ਐਵੇਂ ਹੀ ਕਹਿੰਦਾ ਵੀ ਸ਼ਕਤੀ ਗੁਰੂ ਨਾਨਕ ਤਵੇ 'ਚ ਬਹੁਤ ਸ਼ਕਤੀ ਹੈ, ਕਲਾ ਹੈ, ਕਹਿ ਕਹਿ ਕੇ ਬਾਗ ਤੋਂ ਮੈਨੂੰ ਸੁਣਾਉਂਦਾ, ਮੈਨੂੰ ਜਣਾਉਂਦਾ ਓਏ। ਪੀਹਨ ਹੇਤ ਕਰ ਨੀਰ ਨਾ ਪਾਵਤ। ਕਹਿੰਦਾ ਵੀ ਪਾਣੀ ਪੀਣ ਵਾਸਤੇ ਜਿਨ੍ਹਾਂ ਦੀ ਸਿਫਤ ਕਰਦਾ, ਪਾਣੀ ਪੀਣ ਵਾਸਤੇ ਕੀ ਉਹ ਤੂੰ ਪਾ ਨਹੀਂ ਸਕਦਾ, ਉਹਨਾਂ ਕੋ ਤੈਨੂੰ ਦੇ ਨਹੀਂ ਸਕਦੇ। ਰਿਸ ਕੋ ਹੇਰ ਹਟਿਓ ਮਰਦਾਨਾ। ਐਵੇਂ ਜਿਹੜਾ ਭਾਈ ਮਰਦਾਨਾ ਜੀ, ਕਿਉਂਕਿ ਭਾਈ ਮਰਦਾਨਾ ਜੀ ਬੜੇ ਛੇਤੀ ਗੁੱਸੇ ਵਿੱਚ ਆ ਜਾਂਦੇ, ਉਹ ਤੇ ਨਿਮਰਤਾ 2 ਵਾਰ ਵਿਖਾ ਦਿੱਤੀ। ਇੱਕ ਵਾਰ ਗੁੱਸੇ ਜੇ ਨਾਲ ਵੇਖ ਕੇ ਤੇ ਭਾਈ ਮਰਦਾਨਾ ਮੋੜਿਆ ਵੀ ਨਹੀਂ ਦੇਣਾ ਤੇ ਰਹਿਣ ਦੇ। ਨਹ ਦੇ ਜਲ ਗੁਰ ਨਿਕਟ ਬਖਾਨਾ। ਗੁਰੂ ਜੀ ਕੋਲ ਆ ਕੇ ਕਿਹਾ, ਮਹਾਰਾਜ ਉਹ ਨਹੀਂ ਜਲ ਜੁਲ ਦਿੰਦਾ, ਕਹਿੰਦਾ ਚਲਿਆ ਜਾ ਇੱਥੋਂ। ਸ੍ਰੀ ਨਾਨਕ ਸਭ ਅੰਤਰ ਜਾਮੀ। ਗੁਰੂ ਨਾਨਕ ਸਾਹਿਬ ਜੀ ਦੇ ਸਭ ਅੰਤਰਜਾਮੀ, ਅੰਦਰ ਦੀਆਂ ਜਾਣਨ ਵਾਲੇ, ਉੱਥੇ ਕੀ ਹੋਇਆ ਉਹ ਵੀ ਜਾਣਦੇ ਹੀ ਹੈ। ਸਭ ਬਿਦ ਜਾਨ ਪੀਰ ਕੀ ਖਾਮੀ। ਸਭ ਤਰ੍ਹਾਂ ਨਾਲ ਜਾਣ ਲਿਆ, 2 ਵਾਰੀ ਭੇਜ ਕੇ ਪੀਰ ਦੀ ਕਚਿਆਈ ਵੀ ਠੀਕ ਤਪ ਤੇ ਭਾਵੇਂ ਕਰਦਾ ਹੀ ਹੈ, ਈਰਖਾ ਤੇ ਜਿਹੜਾ ਹੰਕਾਰ ਨਹੀਂ ਗਿਆ ਹਜੇ। ਉਤੇ ਲਸ਼ਟ ਕਾ ਹਾਥ ਮਝਾਰੀ। ਉਹਦੇ ਰੋਗ ਨੂੰ ਮਾਰਨ ਵਾਸਤੇ, ਹੰਕਾਰ ਨੂੰ ਖਤਮ ਕਰਨ ਵਾਸਤੇ ਮਹਾਰਾਜ ਜੀ ਦੇ ਹੱਥ ਵਿੱਚ ਇੱਕ ਸੋਟੀ ਹੈ ਸੀ। ਇਸ ਗਰ ਕੀ ਜਰ ਨਹ ਤਬ ਮਾਰੀ। ਕਿਉਂਕਿ ਗੁਰੂ ਸਾਹਿਬ ਜੀ ਨੇ ਉਹ ਰੋਗ ਦੂਰ ਕਰਨਾ ਸੀ ਨਾ। ਜਿਵੇਂ ਭਗਤ ਪ੍ਰਹਿਲਾਦ ਜੀ ਨੂੰ ਉਹ ਹਉਮੈ ਆ ਗਈ ਸੀ, ਕਿਉਂਕਿ ਬਹੁਤ ਹੀ ਵਜ਼ੀਰਾਂ ਦੇ ਕਹਿਣੇ ਕਰਕੇ ਚੁੱਕਣਾ ਜਿਹੜੀ ਪੱਥਰ ਪਾੜ ਦਿੰਦੀ ਹੈ, ਉਹ ਕਹਿਣੋਂ ਹਟੇ ਨਹੀਂ। ਵੇਖੋ ਜੀ, ਤੁਹਾਡੇ ਪਿਤਾ ਨੂੰ ਮਾਰਿਆ ਵਿਸ਼ਨੂੰ ਭਗਵਾਨ ਜੀ ਨੇ, ਤੁਹਾਨੂੰ ਬਦਲਾ ਲੈਣਾ ਚਾਹੀਦਾ।
ਤੇ ਭਗਤ ਪ੍ਰਹਲਾਦ ਜੀ ਤਿਆਰ ਹੋ ਗਏ ਬਦਲਾ ਲੈਣ ਵਾਸਤੇ, ਤੇ ਸੋਟੀ ਭਗਵਾਨ ਅੱਗੇ ਰਾਮਚੰਦ ਬ੍ਰਾਹਮਣ ਦੇ ਰੂਪ ਵਿੱਚ ਆ ਕੇ ਬੈਠ ਗਏ। ਕਹਿੰਦੇ ਮੈਂ ਵੀ ਜਾਣਾ ਵਿਸ਼ਨੂੰ ਨੂੰ ਮਾਰਨ। ਤੇ ਉਹ ਸੋਟੀ ਜੀ ਸੁੱਟ ਦਿੱਤੀ, ਫਿਰ ਚੁੱਕੀ ਨਾ ਜਾਏ ਕਿਸੇ ਕੋਲ, ਨਾ ਪ੍ਰਹਲਾਦ ਭਗਤ ਜੀ ਕੋਲ ਚੁੱਕੀ ਗਈ। ਤੇ ਜਦੋਂ ਚੁੱਕੀ ਨਾ ਗਈ ਹੰਕਾਰ ਮਾਰਿਆ ਗਿਆ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਬਚਨਾਂ ਨੂੰ ਦੁਹਰਾਉਂਦੇ ਹੋਏ ਕਹਿੰਦੇ ਆ, ਕਹਿੰਦੇ ਰਾਮਚੰਦ ਕੀ ਦਸ਼ਟਕਾ ਮਾਰਿਆ ਜਿਨ ਰੋਗ। ਉਹ ਰਾਮਚੰਦ ਭਗਵਾਨ ਜੀ ਬਣ ਕੇ ਤੇ ਜਿਨ੍ਹਾਂ ਨੇ ਪ੍ਰਹਲਾਦ ਭਗਤ ਦਾ ਹਉਮੈ ਦਾ ਰੋਗ ਮਾਰਿਆ ਸੀ। ਹੁਣ ਇੱਧਰ ਵੀ ਵਲੀ ਕੰਧਾਰੀ ਨੂੰ ਹਉਮੈ ਦਾ ਹੀ ਰੋਗ ਹੈ ਨਾ, ਵੀ ਮੈਂ ਬੜਾ ਤਕੜਾ ਪੀਰ ਹਾਂ, ਜਿਸ ਕਰਕੇ ਗੁਰੂ ਸਾਹਿਬ ਜੀ ਦੇ ਹੱਥ ਵਿੱਚ ਹੀ ਸੋਟੀ ਹੈ। ਇਹ ਕਥਾ ਉੱਥੇ ਹੀ ਲੱਗਦੀ ਜਾ ਕੇ, ਰਾਮਚੰਦ ਕੀ ਲਸਟਕਾ ਜਿਨ ਮਾਰਿਆ ਰੋਗ। ਰਮਿਆ ਹੋਇਆ ਰਾਮ ਜੋ ਪਰਮੇਸ਼ਰ ਹੈ, ਚੰਦਰਮਾ ਦੀ ਨਿਆਈ ਪ੍ਰਕਾਸ਼ ਕਰਨ ਵਾਲਾ ਜੋ ਸਤਿਗੁਰੂ ਪਰਮਾਤਮਾ ਗੁਰੂ ਨਾਨਕ ਸਾਹਿਬ ਹੈ, ਇਹਨਾਂ ਦੇ ਹੱਥ ਵਿੱਚ ਸਤਿਗੁਰੂ ਜੀ ਦੇ ਲਾਠੀ ਉਹ ਸੋਟੀ ਹੈ, ਜਿਨ੍ਹਾਂ ਨੇ ਵਲੀ ਕੰਧਾਰੀ ਦੇ ਹਉਮੈ ਦਾ ਰੋਗ ਮਾਰਿਆ ਸੀ। ਤਿਸ ਗਿਰ ਕੀ ਜਰ ਮਹਿ ਤਬ ਮਾਰੀ। ਗੁਰੂ ਮਹਾਰਾਜ ਨੇ ਉਹ ਸੋਟੀ ਆਪਣੇ ਹਸਤ ਕਮਲਾਂ ਵਿੱਚ ਲੈ ਕੇ ਉਹ ਪਹਾੜ ਦੀ ਜੜ ਦੇ ਵਿੱਚ ਮਾਰੀ ਹੈ ਕੱਸ ਕੇ। ਸੀਤਲ ਜਲ ਨਿਰਮਲ ਤਿਸ ਕਾਲਾ। ਉਸੇ ਸਮੇਂ ਕਹਿੰਦੇ ਬੜਾ ਠੰਡਾ ਤੇ ਨਿਰਮਲ ਜਲ ਨਿਕਲਿਆ, ਜਿਵੇਂ ਖੜਾ ਮਾਰ ਕੇ ਨਾਨਕ ਝੀਰੇ ਕੱਢਿਆ ਸੀ ਤੇ ਜਗਨਨਾਥਪੁਰੀ ਕੱਢਿਆ ਬੌਲੀ ਸਾਹਿਬ। ਨਿਕਸਤ ਬਾਹਿਓ ਪਰਵਾਹੋ ਵਿਸਾਲਾ। ਉਸੇ ਵੇਲੇ ਬਹੁਤਾ ਜਲ ਦਾ ਪ੍ਰਵਾਹ ਜਿਹੜਾ ਵਇਆ ਤੇ ਨਿਕਲਿਆ ਹੈ। ਵਲੀ ਕੰਧਾਰੀ ਕੋ ਜਲ ਜੇਤੋ। ਉਹ ਜਿਹੜਾ ਵਲੀ ਕੰਧਾਰੀ ਨੇ 10-20 ਮੰਜੀਆਂ ਜਲ ਇਕੱਠਾ ਕਰਕੇ ਤਲਾਜਾ ਭਰ ਕੇ ਬੈਠਾ ਹੋਇਆ ਸੀ ਪਹਾੜ ਦੇ ਉੱਪਰ। ਗਿਰ ਮਹਿ ਪਰਵਿਸ਼ ਸੁਸਕ ਗਾਤੇ ਤੋ। ਇਹਦੇ ਵੇਖਦਿਆਂ ਪਹਾੜ ਵਿੱਚੋਂ ਜਲ ਪ੍ਰਵੇਸ਼ ਹੋ ਗਿਆ ਤੇ ਸਾਰਾ ਹੀ ਇਹਦੀ ਤਲਾਈ ਜੀ ਸੁੱਕ ਗਈ ਹੈ, ਕੱਖ ਨਹੀਂ ਰਹਿ ਗਿਆ ਉੱਥੇ। ਪੇਖ ਅਚਰਜ ਕੋ ਠਾਨਿ ਧਿਆਨਾ। ਐਵੇਂ ਉਹ ਅਚਰਜ ਅਚਰਜ ਕੌਤਕ ਵੇਖ ਕੇ ਤੇ ਜਿਹੜਾ ਧਿਆਨ ਲਾਇਆ ਹੈ। ਤਪ ਬਲ ਤੇ ਸੋ ਬਿਰਤਾਂਤ ਪਛਾਨਾ। ਪੇਖ ਅਚਰਜ ਇੱਥੇ ਅਜਮਤ ਪਾਠ ਵੀ ਹੈ ਵੀ ਐਵੇਂ ਉਹ ਸ਼ਕਤੀ ਜੀ ਵੇਖ ਕੇ ਤੇ ਫਿਰ ਇਹਨੇ ਧਿਆਨ ਲਾਇਆ ਹੈ। ਉਹ ਤਪ ਬਹੁਤ ਕੀਤਾ ਸੀ, ਜਿਹਦੇ ਕਰਕੇ ਕਮਾਈ ਤੇ ਹੈ ਹੀ ਸੀ। ਤਪ ਦੇ ਬਲ ਨਾਲ ਸਾਰਾ ਇਹ ਪ੍ਰਸੰਗ ਪਛਾਣ ਲਿਆ ਵੀ ਇਹ ਗੁਰੂ ਨਾਨਕ ਤਪਾ ਜਿਹੜਾ ਪਹਾੜਾਂ ਦੀ ਜੜ੍ਹ ਵਿੱਚ ਬੈਠੇ ਹੋਏ ਹੈ ਨਾ, ਉਹਨਾਂ ਨੇ ਸੋਟੀ ਮਾਰ ਕੇ ਮੇਰੇ ਜਿਹੜੇ ਤਲਾਈ ਜੀ 20 ਮੰਜੀਆਂ 25 ਇਕੱਠੀ ਕਰੀ ਫਿਰਦਾ ਸੀ ਪਾਣੀ, ਮੈਂ ਉਹਨੇ ਖਿੱਚ ਲਿਆ ਮੇਰਾ। ਤਿਸ ਛਿਨ ਭਾਰੀ ਸਿਲਾ ਵਿਸਾਲਾ। ਬੜਾ ਗੁੱਸੇ ਵਿੱਚ ਆਇਆ। ਉਸੇ ਸਮੇਂ ਜਿਹੜੀ ਇੱਕ ਪਹਾੜੀ ਹੈ ਨਾ ਬੜੀ ਤਕੜੀ, ਭਾਵ ਪੱਥਰ ਦੀ ਸਿਲਾ ਭਾਰੀ। ਅਜ਼ਮਤ ਤੇ ਪਰ ਹਾਰ ਤਿਸ ਕਾਲਾ। ਉਸੇ ਸਮੇਂ ਆਪਣੀ ਸ਼ਕਤੀ ਨਾਲ ਪੱਥਰ ਦੀ ਜਿਹੜੀ ਸਿਲਾ ਬੜੀ ਤਗੜੀ ਹੈ, ਉਹ ਤੋਂ ਧੱਕੀ ਹੈ, ਇਹਨੇ ਛੱਡੀ ਹੈ, ਚਲਾਈ ਹੈ ਠਾਹ ਵੱਲ ਨੂੰ। ਚੱਲੀ ਵੇਗ ਤੇ ਤਰ ਕੋ ਤੋਰਤ। ਉਹ ਪੱਥਰ ਦੀ ਸਿਲਾ ਬੜੀ ਤਗੜੀ ਬੜੀ ਤੇਜ਼ੀ ਨਾਲ ਚੱਲੀ ਹੈ, ਰੁੱਖਾਂ ਨੂੰ ਤੋੜਦੀ ਆ ਰਹੀ ਹੈ। ਮਾਗ ਮਹਿ ਅਪਰ ਸਿਲਨ ਕੋ ਫੇਰਤ। ਫੋਰਤ ਰਸਤੇ ਵਿੱਚ ਜਿਹੜੇ ਹੋਰ ਛੋਟੇ ਛੋਟੇ ਪੱਥਰ ਸਨ, ਉਹਨਾਂ ਨੂੰ ਤੋੜਦੀ ਭੰਦੀ ਆ ਰਹੀ ਹੈ। ਜਲ ਰੋਕਨ ਕੋ ਆਵਤ ਤਾਈ। ਜਲ ਨੂੰ ਰੋਕਣ ਵਾਸਤੇ ਇਹਨੇ ਛੱਡੀ ਹੋਈ ਤੇ ਦੌੜੀ ਦੌੜੀ ਆ ਰਹੀ ਹੈ ਪੱਥਰ ਦੀ ਸਿਲਾ। ਵਜਰ ਸਮਾਨ ਸੋਨਾਦ ਉਠਾਈ। ਜਦੋਂ ਆ ਰਹੀ ਹੈ ਨਾ ਉਹ ਪੱਥਰ ਦੀ ਸਿਲਾ, ਕਹਿੰਦੇ ਜਿਵੇਂ ਬਿਜਲੀ ਗੜਕਦੀ ਅਸਮਾਨ ਵਿੱਚ, ਐਵੇਂ ਉਹਨੇ ਆਵਾਜ਼ ਉਠਾਈ ਹੈ। ਜਾਂ ਜੋ ਇੰਦਰ ਦੇਵਤੇ ਦਾ ਸ਼ਸਤਰ ਵਜਰ ਹੈ, ਜਦੋਂ ਉਹ ਵੱਜਦਾ ਬੜਾ ਖੜਕਾ ਕਰਦਾ, ਐ ਵਜਰ ਸ਼ਸਤਰ ਦੇ ਸਮਾਨ ਆਵਾਜ਼ ਉਠਾਈ ਹੈ ਪੱਥਰ ਨੇ। ਅਜ਼ਮਤ ਨਿਜ ਅਜ਼ਮਤ ਜਗ ਦੇਖੀ। ਤੇ ਸਤਿਗੁਰੂ ਮਹਾਰਾਜ ਜੀ ਨੇ ਵਲੀ ਕੰਧਾਰੀ ਦੀ ਜਿਹੜੀ ਕਰਾਮਾਤ ਨੂੰ ਗੁਰੂ ਜੀ ਨੇ ਆਪਣੀ ਸ਼ਕਤੀ ਨਾਲ ਦੇਖਿਆ, ਜਾਂ ਵੀ ਵਲੀ ਕੰਧਾਰੀ ਨੇ ਗੁਰੂ ਜੀ ਦੀ ਅਜ਼ਮਤ ਦੇਖੀ ਹੈ ਤੇ ਹੁਣ ਆਪਣੀ ਅਜ਼ਮਤ ਵੇਖੀ ਹੈ ਵੀ ਸਿਲਾ ਜਾ ਰਹੀ ਹੈ। ਜਲ ਹੈ ਅਸ਼ਾਦਨ ਆਏ ਵਿਸੇਖੀ। ਜਲ ਨੂੰ ਢੱਕਣ ਵਾਸਤੇ ਰੋਕਣ ਵਾਸਤੇ ਵਿਸ਼ੇਸ਼ ਕਰਕੇ ਆ ਰਹੀ ਹੈ ਪਹਾੜੀ। ਸ੍ਰੀ ਗੁਰੂ ਨੇ ਤਬ ਹੱਥ ਪਸਾਰਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸੇ ਵੇਲੇ ਜਿਹੜਾ ਆਪਣਾ ਹਸਤ ਕਮਲ ਹੈ ਸੋਹਣਾ,
ਉਹ ਫੈਲਾਇਆ ਹੈ, ਐਵੇਂ ਤਾਂ ਨੂੰ ਕੀਤਾ ਹੈ ਤਿਸ ਆਵਤ ਕੇ ਕੀਨ ਅਗਾਰਾ। ਵੀ ਉਹ ਜਿਹੜੀ ਪਹਾੜੀ ਆ ਰਹੀ ਹੈ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਅੱਗੇ ਕੀਤਾ ਹੈ। ਸਹਿਜ ਸੁਭਾਇਕ ਬੈਠੇ ਰਹੇ। ਮਹਾਰਾਜ ਸੁੱਤੇ ਸੇਧੀਆਂ ਸਹਿਜ ਸੁਭਾਅ ਬੈਠੇ ਰਹੇ, ਐਵੇਂ ਨਹੀਂ ਵੀ ਆ ਫੜ ਲਓ ਭੱਜ ਜਾਓ ਭੱਜ ਜਾਈਏ, ਪੱਥਰ ਦੀ ਸਿਲਾ ਆ ਰਹੀ ਹੈ। ਮਹਾਰਾਜ ਸੁੱਤੇ ਸਿੱਧਾ ਆਰਾਮ ਨਾਲ ਹੀ ਬੈਠੇ ਰਹੇ ਵੀ ਆਉਣ ਤੋਂ ਜੋ ਆਉਂਦਾ ਹੈ। ਸੋ ਰੋਕੀ ਜਲ ਉਪਰ ਹੈ। ਉਹ ਮਹਾਰਾਜ ਨੇ ਉੱਪਰ ਹੀ ਰੋਕ ਦਿੱਤੀ ਹੈ, ਆਪਣੇ ਹਸਤ ਕਮਲ ਨਾਲ ਹੀ ਪਹਾੜੀ ਜੀ ਰੋਕ ਦਿੱਤੀ ਹੈ। ਜਲ ਜਿਹੜਾ ਉਹ ਜਲ ਦੇ ਉੱਪਰ ਰੋਕੀ, ਜਲ ਥੱਲਿਓਂ ਦੀ ਨਿਕਲੀ ਆ ਰਿਹਾ ਹੈ। ਮਹਾਪਰਵਾਹ ਨੀਰ ਕੋ ਚਾਲੇ। ਬਹੁਤਾ ਜਿਹੜਾ ਪ੍ਰਵਾਹ ਜਲ ਦਾ ਚੱਲਦਾ ਹੀ ਆ ਰਿਹਾ ਠਾਂ ਵੱਲ। ਠਹਿਰੀ ਉਪਰ ਸਿਲਾ ਵਿਸਾਲੇ। ਜਿਹੜੀ ਬੜੀ ਤਕੜੀ ਪਹਾੜੀ ਪੱਥਰ ਦੀ ਸਿਲਾ ਜਿਹੇ ਉੱਪਰ ਹੀ ਟਿਕੀ ਰਹੀ ਹੈ। ਰੁਕਿਓ ਨਾ ਨੀਰ ਪੀਰ ਨਾ ਜਾਣੀ। ਇੱਧਰ ਪੀਰ ਨੇ ਆਪਣੀ ਸ਼ਕਤੀ ਨਾਲ ਗੱਲ ਜਾਣੀ ਹੈ ਵੀ ਮੈਂ ਤੇ ਬੜਾ ਯਤਨ ਕੀਤਾ, ਲੱਗਦਾ ਪਾਣੀ ਰੁਕਿਆ ਨਹੀਂ ਲੱਗਦਾ ਹੁਣ। ਨਿਜ ਅਜ਼ਮਤ ਪੌਨਾ ਲਾਏ ਮਹਾਨੀ। ਫਿਰ ਤੇ ਇਹਨੇ ਕਹਿੰਦੇ ਬਹੁਤ ਹੀ ਜਿਹੜੀ ਆਪਣੀ ਸ਼ਕਤੀ ਲਾਈ ਹੈ। ਕਰੀ ਤਕਾਵਨ ਸਿਲਾ ਅਗਾਰੀ। ਆਪਣੀ ਸ਼ਕਤੀ ਨਾਲ ਹੀ, ਕਿਉਂਕਿ ਰੇੜ ਤੇ ਦਿੱਤੀ ਸੀ, ਹੁਣ ਇਹ ਪਹਾੜੀ ਜਿਹੜੀ ਹੈ ਉਹ ਵੀ ਇਤੋਂ ਦੂਰ ਹੋ ਗਈ ਹੈ, ਸਤਿਗੁਰ ਜੀ ਤੋਂ ਵੀ ਦੂਰ ਹੈ, ਵਿਚਕਾਰ ਜੇ ਆ ਗਈ। ਤੇ ਇਹ ਆਪਣੀ ਸ਼ਕਤੀ ਨਾਲ ਹੀ ਅੱਗੇ ਨੂੰ ਧੱਕਣਾ ਕੀਤੀ ਹੈ ਪੱਥਰ ਦੀ ਸਿਲਾ ਪਹਾੜੀ। ਸਗਰ ਓਜ ਲਾਏ ਨਿਜ ਭਾਰੀ। ਆਪਣਾ ਜਿੰਨਾ ਹੀ ਸਾਰਾ ਜ਼ੋਰ ਇਹਨੇ ਲਾ ਦਿੱਤਾ, ਜਿੰਨੀ ਸਾਰੀ ਕਮਾਈ ਕੀਤੀ ਨਾ ਜੀਵਨ ਵਿੱਚ ਰਹਿੰਦਾ, ਸਾਰੀ ਤਾਕਤ ਹੀ ਲਾ ਦਿੱਤੀ ਅੱਜ। ਹਾਥ ਬੱਜਰ ਸਮ ਤਸਿਓ ਮਝਾਰੀ। ਇੱਧਰ ਸਤਿਗੁਰੂ ਜੀ ਦਾ ਜਿਹੜਾ ਹਸਤ ਕਮਲ ਹੈ, ਜਿਵੇਂ ਬੱਜਰ ਸ਼ਸਤਰ ਖੁੱਭ ਜਾਂਦਾ ਇੰਦਰ ਦਾ ਜਿੱਥੇ ਵੱਜ ਜਾਏ, ਐਵੇਂ ਪੱਥਰ ਵਿੱਚ ਧਸਿਆ ਹੋਇਆ ਹੈ। ਰਹੀ ਅਟਕ ਲਖ ਭਲੀ ਕੰਧਾਰੀ। ਵਾਲੀ ਕੰਧਾਰੀ ਨੇ ਜਾਣ ਲਿਆ ਵੀ ਮਨਾ ਕੁਝ ਨਹੀਂ ਹੋਣਾ ਹੈ, ਤੇ ਉੱਥੇ ਕੀ ਰੁਕੀ ਹੋਈ ਅਟਕੀ ਹੋਈ ਹੈ। ਆਪਣੀ ਸ਼ਕਤ ਅਲਪ ਵਿਚਾਰੀ। ਫਿਰ ਅਖੀਰੇ ਨੇ ਵਿਚਾਰ ਕੀਤੀ ਹੈ, ਵਿਚਾਰਿਆ ਹੈ ਵੀ ਮੇਰੀ ਜਿਹੜੀ ਸ਼ਕਤੀ ਬੜੀ ਤੁੱਛ ਹੈ, ਥੋੜ੍ਹੀ ਹੈ। ਗੁਰੂ ਨਾਨਕ ਸਾਹਿਬ 'ਚ ਸ਼ਕਤੀ ਬਹੁਤੀ ਹੈ, ਮੇਰੇ 'ਚ ਸ਼ਕਤੀ ਥੋੜ੍ਹੀ ਹੈ। ਲੋਕ ਨਹ ਸਕਿਓ ਚੱਲੇ ਬਹੁ ਬਾਰੀ। ਕਹਿੰਦਾ ਵੀ ਵੇਖ ਲੋ ਜਲ ਰੋਕ ਹੀ ਨਹੀਂ ਰੱਖ ਸਕਿਆ ਹੈ, ਬਹੁਤਾ ਚੱਲਿਆ ਜਾ ਰਿਹਾ, ਵਹਿ ਰਿਹਾ ਹੈ ਝਰਨਾ। ਅਬ ਲਗ ਥਾਨ ਬਿਦਤ ਜਗ ਮਾਹੀ। ਭਾਈ ਬਾਲਾ ਜੀ ਕਹਿ ਰਹੇ ਤਥਾ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਹੈ ਵੀ ਇਸ ਤਰ੍ਹਾਂ ਸੰਗਤ ਜੀ, ਇਹ ਗੁਰੂ ਮਹਾਰਾਜ ਹੁਣ ਤੱਕ ਉਹ ਜਿਹੜਾ ਸਥਾਨ ਹੈ ਨਾ ਸੰਸਾਰ ਵਿੱਚ ਪ੍ਰਗਟ ਹੈ। ਪੱਥਰ ਦੇ ਉੱਪਰ ਵੀ ਪੰਜਾ ਸਾਹਿਬ ਜਿਹੜਾ ਪੰਜਾ ਸੁਭਾਏਮਾਨ ਹੈ, ਤੇ ਗੁਰੂ ਜੀ ਦਾ ਸੋਹਣਾ ਸਥਾਨ ਵੀ ਸੁਭਾਏਮਾਨ ਹੈ। ਜਲ ਦਾ ਸੋਮਾ ਵੀ ਉਸੇ ਤਰ੍ਹਾਂ ਹੀ ਪ੍ਰਗਟ ਵਹਿ ਰਿਹਾ ਚੱਲ ਰਿਹਾ ਹੈ। ਗੁਰ ਕਰ ਚਿੰਨ ਲਖਿਓ ਸਿਲ ਮਾਹੀ। ਉਸ ਪੱਥਰ ਦੀ ਸਿਲਾ ਵਿੱਚ ਗੁਰੂ ਦਾ ਜਿਹੜਾ ਹੱਥਾਂ ਦਾ ਚਿੰਨ੍ਹ ਹੈ ਉਹ ਜਾਣਿਆ ਜਾਂਦਾ, ਅੱਜ ਤੱਕ ਦਰਸ਼ਨ ਦੇ ਰਿਹਾ ਹੈ ਉਹ ਚਿੰਨ੍ਹ। ਰਹੇ ਮਿਟਾਏ ਜਦਨ ਤੇ ਕੇਈ। ਭਾਈ ਸੰਤੋਖ ਸਿੰਘ ਜੀ ਇੱਥੇ ਇੱਕ ਗੱਲ ਕਹਿ ਰਹੇ ਆ ਵੀ ਕਹਿੰਦੇ ਵੀ ਕਈ ਕੁ ਜਿਹੜੇ ਈਰਖਾਲੂ ਹੈ ਨਾ, ਨਿੰਦਕ ਲੋਕ ਗੁਰੂ ਘਰ ਦੇ, ਵੀ ਗੁਰੂ ਨਾਨਕ ਸਾਹਿਬ ਜੀ ਦੀ ਕਲਾ ਮਿਟਾ ਦਈਏ। ਹੋਰ ਇਤਿਆਦਿਕ ਨਿਰਦਈ ਲੋਕ ਉਹ ਬਹੁਤ ਹੀ ਯਤਨ ਕਰਕੇ ਮਿਟਾਉਂਦੇ ਰਹੇ ਆ ਉਸ ਚਿੰਨ੍ਹ ਨੂੰ। ਰਹਿਓ ਸੋ ਚਿੰਨ ਹਾਰ ਗਏ ਤੇ। ਉਹ ਸਾਰੇ ਨਿੰਦਕ ਲੋਕ ਹਾਰ ਹੰਭ ਗਏ, ਝੱਖਾਂ ਮਾਰ ਮਾਰ ਕੇ ਰਹਿ ਗਏ, ਪਰ ਚਿੰਨ੍ਹ ਰਿਹਾ ਹੀ ਰਿਹਾ ਹੈ। ਇਹ ਰਹਿ ਗਏ ਉਹ ਯਤਨ ਕਰ ਕਰਕੇ, ਪਰ ਕੁਝ ਨਹੀਂ ਹੋ ਸਕਿਆ। ਗੁਰੂ ਸਾਹਿਬ ਦਾ ਉਹ ਚਿੰਨ੍ਹ ਰਿਹਾ ਹੀ ਰਿਹਾ ਹੈ। ਅੰਗਰੇਜ਼ਾਂ ਨੇ ਵੀ ਫਾ ਲਿਆ ਹੋਇਆ ਸੀ ਇੱਕ ਵਾਰ। ਜਲ ਪ੍ਰਵਾਹ ਤੈਸੀ ਬਿਧ ਹੈ। ਜਲ ਦਾ ਪ੍ਰਵਾਹ ਵੀ ਉਸੇ ਤਰ੍ਹਾਂ ਹੀ ਪ੍ਰਗਟ ਹੋ ਰਿਹਾ, ਜਲ ਦਾ ਸੋਭਾ ਵੀ ਚੱਲ ਰਿਹਾ ਹੈ। ਪੱਥਰ ਉੱਪਰ ਸਤਿਗੁਰ ਜੀ ਦਾ ਲੱਗਾ ਹੋਇਆ ਪੰਜਾ ਸਾਹਿਬ ਵੀ ਉਸੇ ਤਰ੍ਹਾਂ ਹੀ ਸੁਭਾਏਮਾਨ ਹੈ, ਦਰਸ਼ਨ ਦੇ ਰਿਹਾ ਹੈ ਭਾਈ। ਨਿਰਮਲ ਚਲਤ ਬਹੁਤ ਨਿਤਰ ਹੈ। ਜਿਹੜਾ ਜਲ ਹੈ ਉੱਥੇ ਨਿਰਮਲ ਠੰਡਾ ਹਮੇਸ਼ਾ ਚੱਲਦਾ ਹੀ ਰਹਿੰਦਾ ਹੈ। ਐਵੇਂ ਸਰੋਵਰ ਬਣਿਆ ਹੋਇਆ ਹੈ ਉੱਥੇ ਬੜਾ ਸੋਹਣਾ, ਉਸੇ ਜਲ ਨਾਲ ਹੀ, ਅਤੇ ਉਹਦੇ ਕਿਨਾਰੇ ਦੇ ਪੰਜਾ ਸਾਹਿਬ ਗੁਰੂ ਘਰ ਸਥਾਨ ਬੜਾ ਸੋਹਣਾ ਬਣਿਆ ਹੈ। ਕੱਚ ਦੀ ਸਾਰੀ ਇਮਾਰਤ ਬਣਾਈ ਹੋਈ, ਅੰਦਰ ਕੱਚ ਕੁਚ ਲਾਇਆ ਹੋਇਆ ਹੈ। ਅਤੇ ਇੱਕ ਪਾਸੇ ਉਸੇ ਜਲ ਵਿੱਚ ਉਹਨਾਂ ਨੇ ਐਵੇਂ ਜਲ ਵਰਤਦੇ ਕੱਪੜੇ ਕੁਪੜੇ ਧੋਈ ਜਾਂਦੇ ਹੈ, ਅਤੇ ਨਾਲ ਦੀ ਨਾਲ ਹੀ ਜਿਹੜਾ ਛਕੀ ਛਕਾਈ ਉਸੇ ਜਲ ਨਾਲ ਹੀ ਜਾਂਦੇ ਹੈ।
ਤੇ ਗੁਰੂ ਸਾਹਿਬ ਜੀ ਦਾ ਉਹ ਜਿਹੜੀ ਕੀਤੀ ਹੋਈ ਕਰਾਮਾਤ ਉਸੇ ਤਰ੍ਹਾਂ ਸੁਭਾਏਮਾਨ ਹੈ। ਬੜਾ ਪਵਿੱਤਰ ਜਲ ਹੈ, ਇਸ਼ਨਾਨ ਵੀ ਕਰੀਦਾ ਹੈ ਉੱਥੇ ਜਾ ਕੇ। ਬਸਤਰ ਧੋਣ ਨੂੰ ਵੀ, ਲੰਗਰਾਂ ਵਿੱਚ ਵੀ ਸੋਹਣੀ ਇਮਾਰਤ ਬਣੀ ਹੋਈ ਹੈ ਪੰਜਾ ਸਾਹਿਬ ਦੀ। ਅਲਪ ਆਪ ਕੋ ਪੀਰ ਪਛਾਨਾ। ਇੱਧਰ ਜਿਹੜਾ ਵਲੀ ਕੰਧਾਰੀ ਪੀਰ ਹਸਨ ਅਬਦਾਲ ਹੈ, ਇਹਨੇ ਆਪਣੇ ਆਪ ਨੂੰ ਬਹੁਤ ਛੋਟਾ ਤੁਛ ਪੀਰ ਪਛਾਣ ਲਿਆ ਵੀ ਮੈਂ ਬਹੁਤ ਛੋਟਾ। ਗੁਰੂ ਨਾਨਕ ਸਾਹਿਬ ਦੇ ਪੀਰਾਂ ਦੇ ਪੀਰ ਹੈ, ਜਾਹਰ ਪੀਰ ਜਗਤ ਗੁਰ ਬਾਬਾ। ਬਹੁਤ ਵੱਡੇ ਪੀਰ ਹੈ ਗੁਰੂ ਨਾਨਕ ਸਾਹਿਬ ਵਨਾ। ਸ਼ੀਘਰ ਆਏ ਗੁਰ ਪਗ ਲਪਟਾਨਾ। ਇੰਨੀ ਛੇਤੀ ਆਇਆ ਹੈ ਵੀ ਗੁਰੂ ਜੀ ਦੇ ਚਰਨਾਂ ਨਾਲ ਲੱਗ ਗਿਆ। ਹੁਣ ਲੱਥਦਾ ਨਹੀਂ, ਕਹਿੰਦਾ ਮਹਾਰਾਜ ਮੈਂ ਤੁਹਾਡੇ ਚਰਨ ਨਹੀਂ ਛੱਡਣੇ। ਹੇ ਪ੍ਰਭ ਖਤਾ ਬਖਸ਼ੀਏ ਮੋਹੀ। ਹੇ ਪ੍ਰਭੂ ਖੁਦਾ ਮੇਰੀ ਜਿਹੜੀ ਖਤਾ ਭੋਲੇ ਨੂੰ ਬਖਸ਼ੀਏ ਜੀ। ਨਹੀਂ ਮਹਾਤਮ ਜਾਣਿਓ ਤੋਹੀ। ਮਹਾਰਾਜ ਮੈਂ ਤੇ ਆਪਣੇ ਤਪ ਦੇ ਹੰਕਾਰ ਤੇ ਆਪਣੀ ਮਹਿਮਾ ਦੀ ਵਡਿਆਈ ਵਿੱਚ ਹੀ ਹੰਕਾਰਿਆ ਹੋਇਆ ਤੁਹਾਡਾ ਮਹਾਤਮ ਨਹੀਂ ਜਾਣ ਸਕਿਆ, ਤੁਹਾਡੀ ਮਹਿਮਾ ਹੀ ਨਹੀਂ ਜਾਣ ਸਕਿਆ ਜੀ। ਹੋਏ ਪਰਲੋਕ ਸਹਾਏ ਵਿਸ਼ੇਸ਼ਾ। ਮਹਾਰਾਜ ਪਰਮੇਸ਼ਰ ਖੁਦਾ ਜੀ ਤੁਸੀਂ ਵਿਸ਼ੇਸ਼ ਕਰਕੇ ਪਰਲੋਕ ਵਿੱਚ ਮੇਰੇ ਸਹਾਈ ਹੋਣਾ ਗਰੀਬ ਦੇ। ਅਸਮੋ ਕਹੋ ਕੀਜੈ ਉਪਦੇਸਾ। ਐਸਾ ਮੈਨੂੰ ਮਹਾਰਾਜ ਆਪਣਾ ਪਾਵਨ ਪਵਿੱਤਰ ਉਪਦੇਸ਼ ਦੇਣਾ ਕਰੀਏ। ਇਤਿਆਦਿਕ ਬਿਨਤੀ ਬਹੁ ਕਰੇ। ਇਤਿਆਦਿਕ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਉਹ ਵਲੀ ਕੰਧਾਰੀ ਹਸਨ ਅਬਦਾਲ ਸੈਯਦ ਪੀਰ ਬਹੁਤ ਇਸ ਤੋਂ ਆਦਿ ਲੈ ਕੇ ਬਹੁਤ ਬੇਨਤੀਆਂ ਕਰਦਾ ਸੀ। ਸਰਦਾ ਕੋ ਔਰ ਨਿਸ਼ਚਾ ਧਰੇ। ਇਹਦੇ ਵਿੱਚ ਪੂਰਾ ਪੱਕਾ ਯਕੀਨ ਤੇ ਸ਼ਰਧਾ ਨੂੰ ਧਾਰਿਆ ਹੈ। ਤਬ ਸ੍ਰੀ ਗੁਰ ਉਪਦੇਸ਼ ਬਖਾਨਾ। ਇਹਦੀ ਸ਼ਰਧਾ ਤੇ ਪ੍ਰੇਮ ਹੈ ਕਿ ਗੁਰੂ ਸਾਹਿਬ ਜੀ ਨੇ ਫਿਰ ਬਚਨ ਕਿਹਾ, ਉਪਦੇਸ਼ ਦਿੱਤਾ। ਤੈ ਮਤ ਸਰ ਦੁਖ ਨਾਹਕ ਮਾਨਾ। ਮਹਾਰਾਜ ਕਹਿੰਦੇ ਵੇਖ ਪੀਰ ਕਲੀ ਵਾਲੀ ਕੰਧਾਰੇ ਤੂੰ ਤੇ ਐਵੇਂ ਜਿਹੜਾ ਈਰਖਾ ਦਾ ਦੁੱਖ ਮਨ ਵਿੱਚ ਮੰਨਿਆ ਹੋਇਆ ਸੀ। ਜਿਸ ਮਹਿ ਪ੍ਰਾਪਤ ਕਿਛੂ ਨਾ ਹੋਏ। ਜਿਸ ਈਰਖਾ ਵਿੱਚ ਅੱਜ ਤੱਕ ਕਿਸੇ ਨੂੰ ਨਾ ਕੁਝ ਪ੍ਰਾਪਤ ਹੋਇਆ, ਨਾ ਹੁੰਦਾ, ਨਾ ਹੋਵੇਗਾ, ਤੇ ਜਿਸ ਵਿੱਚ ਤੈਨੂੰ ਕੁਝ ਪ੍ਰਾਪਤ ਹੋਇਆ ਹੀ ਨਹੀਂ, ਵੇਖ ਲਾ। ਹਰਖ ਹਿਰਦੈ ਕਰ ਤਿਆਗਹੁ ਸੋਏ। ਇਸ ਕਰਕੇ ਤੂੰ ਹਿਰਦੇ ਵਿੱਚ ਖੁਸ਼ ਹੋ। ਜਿਹੜੀ ਈਰਖਾ ਸਾੜਦੀ ਮਚਾਉਂਦੀ ਇਹਨੂੰ ਛੱਡ ਤੇ ਇਹਨੂੰ ਛੱਡ ਕਰਕੇ ਤੂੰ ਹਿਰਦੇ ਵਿੱਚ ਖੁਸ਼ ਪ੍ਰਸੰਨ ਹੋ। ਹਰਦਮ ਯਾਦ ਖੁਦਾਏ ਕਰੀਜੈ। ਜੋ ਖੁਦਾ ਖੁਦ ਤੋਂ ਪੈਦਾ ਹੋਇਆ ਪਰਮਾਤਮਾ ਉਸ ਨੂੰ ਹਰ ਦਮ ਦਮ ਸਦਾ ਸੰਭਾਲਦਾ। ਐਵੇਂ ਦਮ ਦੇ ਨਾਲ ਹੀ ਸੰਭਾਲਣਾ ਕਰੀਏ। ਮਾਨੁਖ ਤਨ ਸਫਲੋ ਕਰ ਲੀਜੈ। ਇਹ ਵਾਲੀ ਕੰਧਾਰੀ ਜਿਹੜਾ ਮਨੁੱਖਾ ਜਨਮ ਹੈ ਨਾ, ਮਨੁੱਖਾ ਸਰੀਰ, ਇਹਨੂੰ ਸਫਲਾ ਕਰ ਲਈਏ ਖੁਦਾ ਨੂੰ ਯਾਦ ਕਰਕੇ। ਇਤਿਆਦਿਕ ਗੁਰ ਕਹਿਬੋ ਮਾਨਿਆ। ਗੁਰੂ ਅੰਗਦ ਦੇਵ ਸਾਹਿਬ ਜੀ ਇਤਿਆਦਿਕ ਗੁਰੂ ਸਾਹਿਬ ਜੀ ਨੇ ਜੋ ਕੁਝ ਵੀ ਕਿਹਾ ਹੈ ਨਾ, ਬਚਨ ਉਪਦੇਸ਼, ਇਹ ਵਲੀ ਕੰਧਾਰੀ ਨੇ ਸਤ ਕਰਕੇ ਮੰਨਿਆ ਹੈ। ਪਦ ਪੰਕਜ ਪ੍ਰਣਾਮ ਸੋ ਠਾਨਿਆ। ਸਗੋਂ ਦੂਜੀ ਵਾਰ ਬੜਾ ਨਿਮਰਤਾ ਵਿੱਚ ਆ ਕੇ ਸਤਿਗੁਰੂ ਜੀ ਦੇ ਚਰਨ ਕਮਲਾਂ ਉੱਪਰ ਪ੍ਰਣਾਮ ਕੀਤੀ, ਮੱਥਾ ਟੇਕਿਆ। ਆਪਣੇ ਪੀਰ ਕਰੇ ਧਰ ਪ੍ਰੇਮਾ। ਬਹੁਤ ਹਰਿਦੇ ਵਿੱਚ ਪ੍ਰੇਮ ਧਾਰ ਕੇ ਆਪਣੇ ਪੀਰ ਕੀਤੇ ਵੀ ਅੱਜ ਤੋਂ ਵਲੀ ਕੰਧਾਰੀ ਤੂੰ ਪੀਰ ਨਹੀਂ, ਤੇਰੇ ਪੀਰ ਗੁਰੂ ਨਾਨਕ ਸਾਹਿਬ ਹੈ। ਪ੍ਰਾਪਤ ਭਾਈ ਅਦਿਕ ਤਿਸ ਛੇਮਾ। ਜਿਸ ਕਰਕੇ ਉਸ ਵਲੀ ਕੰਧਾਰੀ ਪੀਰ ਨੂੰ ਬੜੀ ਤਗੜੀ ਮਹਾਨ ਪਰਮ ਜਿਹੜੀ ਕੇਵਲ ਮੁਕਤੀ ਹੈ ਉਹ ਪ੍ਰਾਪਤ ਹੋਈ ਸੀ। ਦੋਹਰਾ ਰਹਿਓ ਪੀਰ ਤਿਸ ਥਾਨ ਹੀ। ਇਸ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਜੀ ਵਲੀ ਕੰਧਾਰੀ ਹਸਨ ਅਬਦਾਲ ਪੀਰ ਸੈਯਦ ਤੇ ਉੱਥੇ ਆਪਣੇ ਜਿਸ ਸਥਾਨ ਤੇ ਰਹਿੰਦਾ ਸੀ ਉੱਥੇ ਰਿਹਾ ਸੀ। ਗੁਰੂ ਕੀਨ ਪ੍ਰਸਥਾਨ। ਪਰ ਗੁਰੂ ਜੀ ਨੇ ਅਗਲੇ ਕਾਬਲ ਵੱਲ ਨੂੰ ਚੱਲਣਾ ਗਾਂਹ ਕਰ ਦਿੱਤਾ ਹੈ। ਅਬ ਲਗ ਸੋ ਜਗਤ ਮਹਿ। ਗੁਰੂ ਜੀ ਨੇ ਅੱਗੇ ਚੱਲਣਾ ਕੀਤਾ। ਇਸ ਤਰ੍ਹਾਂ ਮਹਾਰਾਜ ਜੀ ਹੁਣ ਤੱਕ ਉਹ ਸਥਾਨ ਸੰਸਾਰ ਵਿੱਚ ਪ੍ਰਗਟ ਹੈ। ਜਲ ਵੀ ਉਸੇ ਤਰ੍ਹਾਂ ਹੀ ਚੱਲ ਰਿਹਾ ਸੋਮਾ, ਤੇ ਇਸੇ ਤਰ੍ਹਾਂ ਜਿਸ ਪੱਥਰ ਦੇ ਉੱਪਰ ਗੁਰੂ ਜੀ ਨੇ ਆਪਣਾ ਪੰਜਾ ਲਾਇਆ ਉਹ ਪੰਜਾ ਸਾਹਿਬ ਵੀ ਅੱਜ ਹੀ ਹੈ, ਸੁਭਾਏਮਾਨ ਅੱਜ ਵੀ ਦਰਸ਼ਨ ਦੇ ਰਿਹਾ ਹੈ। ਜਿਸ ਕਰਕੇ ਉਸ ਸਥਾਨ ਦਾ ਨਾਮ ਪੰਜਾ ਸਾਹਿਬ ਸੁਭਾਏਮਾਨ ਹੈ ਜੀ। ਪਾਕਿਸਤਾਨ ਵਿੱਚ ਅੱਜ ਕੱਲ੍ਹ ਦਰਸ਼ਨ ਕਰਨ ਨੂੰ ਮਿਲਦੇ ਹੈ। ਜਲ ਪ੍ਰਵਾਹੇ ਤਿਸ ਥਾਨ। ਉਸੇ ਥਾਂ ਜਲ ਦਾ ਪ੍ਰਵਾਹ ਪ੍ਰਗਟ ਹੈ।
ਇਹ ਗੁਰੂ ਦੀ ਕਲਾ ਹੈ। ਜੋ ਜੋ ਗੁਰੂ ਨੇ ਕਰ ਦਿੱਤਾ ਉਹ ਸਦਾ ਅਟਲ ਹੈ। ਉਹ ਪਰਮੇਸ਼ਰ ਨੇ ਜੋ ਵੀ ਕੀਤਾ ਹਮੇਸ਼ਾ ਅਟਲ ਹੀ ਕੀਤਾ ਅਤੇ ਟਲ ਹੀ ਰਹਿੰਦਾ, ਟਲ ਹੀ ਰਿਹਾ ਹੈ ਮਾਲਕ ਅਤੇ ਟਲ ਹੀ ਰਹੇਗਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਕਲਾ ਵਰਤਾਈ ਸੀ। ਉੱਥੋਂ ਮਹਾਰਾਜ ਚੱਲ ਕੇ ਜਿਵੇਂ ਕਾਬਲ ਵਿੱਚ ਗਏ, ਇੱਥੇ ਬੜੀ ਤਗੜੀ ਕਲਾ ਵਰਤਾਈ। ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਹਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ ਹੈ। ਰਹਿਓ ਪੀਰ ਤਿਸ ਥਾਨ ਹੀ, ਗੁਰੂ ਕੀਨ ਪ੍ਰਸਥਾਨ। ਹੈ ਅਬ ਲਗ ਸੋ ਜਗਤ ਮਹਿ, ਜਲ ਪਰਵਾਹੇ ਤਿਸ ਥਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।